ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। सिख मसले चैनल देख रहे सारे दर्शकों ਨੂੰ ਮੇਰੇ ਯਾਨੀ ਕਿ ਮੰਕਨਦੀਪ ਸਿੰਘ ਬੰਮੀ ਵੱਲੋਂ ਨਿੱਘਾ ਜੀ ਆਇਆਂ ਨੂੰ। ਜਿਵੇਂ ਕਿ ਅਸੀਂ ਹਰ ਐਪੀਸੋਡ ਦੇ ਵਿੱਚ ਕਿਸੇ ਨਾ ਕਿਸੇ ਸਿੱਖ ਕੌਮ ਦੇ ਹੀਰੇ ਬਾਰੇ ਕੋਈ ਨਾ ਕੋਈ ਇਤਿਹਾਸ ਸੰਖੇਪ ਇਤਿਹਾਸ ਕੱਢ ਕੇ ਲੱਭ ਕੇ ਆਪ ਸਾਰਿਆਂ ਸਾਹਮਣੇ ਲੈ ਕੇ ਆਨੇ ਹਾਂ। ਇਸ ਤਰ੍ਹਾਂ ਹੀ ਅੱਜ ਵੀ ਅਸੀਂ ਇੱਕ ਸਿੱਖ ਕੌਮ ਦੇ ਬੜੇ ਮਹਾਨ ਹੀਰੇ ਬਾਰੇ ਇਤਿਹਾਸ ਆਪ ਸਾਰਿਆਂ ਦੇ ਵਿੱਚ ਲੈ ਕੇ ਆ ਰਹੇ ਹਾਂ। ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਦੇਖਦੇ ਹਾਂ, ਕੁਝ ਨਾਮ ਸਿੱਖ ਇਤਿਹਾਸ ਦੇ ਐਸੇ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਸਿੱਖ ਕੌਮ ਨੂੰ, ਸਿੱਖ ਇਤਿਹਾਸ ਨੂੰ ਇਤਨਾ ਮਹਾਨ ਬਣਾਉਣ ਵਾਸਤੇ ਸਾਰਾ ਜੀਵਨ ਦਿੱਤਾ, ਈਵਨ ਸ਼ਹਾਦਤਾਂ ਕਬੂਲ ਕੀਤੀਆਂ। ਪਰ ਫਿਰ ਵੀ ਅੱਜ ਸਾਡੀ ਪਨੀਰੀ ਉਹਨਾਂ ਹੀਰਿਆਂ ਦੀ ਸ਼ਹਾਦਤਾਂ ਨੂੰ, ਇਤਿਹਾਸ ਨੂੰ ਭੁਲਾ ਚੁੱਕੀ ਹੈ, ਵਿਸਾਰ ਚੁੱਕੀ ਹੈ। ਇਸ ਤਰ੍ਹਾਂ ਦੇ ਹੀ ਸਿੱਖ ਕੌਮ ਦੇ ਇੱਕ ਹੀਰੇ ਬਾਰੇ ਅੱਜ ਅਸੀਂ ਇਤਿਹਾਸ ਤੁਹਾਡੇ ਸਾਰਿਆਂ ਦੇ ਵਿੱਚ ਸੰਖੇਪ ਵਿੱਚ ਲੈ ਕੇ ਆ ਰਹੇ ਹਾਂ। ਉਸ ਸਿੱਖ ਕੌਮ ਦੇ ਹੀਰੇ ਦਾ ਨਾਮ ਹੈ ਸ਼ਹੀਦ ਬਾਬਾ ਹਰਦਾਸ ਸਿੰਘ ਜੀ, ਜੋ ਸਰਦਾਰ ਜਾਂ ਅਸੀਂ ਕਹਿ ਲਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਹਨ। ਉਸ ਇਤਿਹਾਸ ਨਾਲ ਰੂਬਰੂ ਕਰਵਾਉਣ ਵਾਸਤੇ ਅੱਜ ਸਾਡੇ ਨਾਲ ਮੌਜੂਦ ਹਨ ਸਰਦਾਰ ਗੁਰਦੇਵ ਸਿੰਘ ਜੀ ਰੂਪਰਾਏ, ਜਿਨ੍ਹਾਂ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਬਾਰੇ, ਗਿਆਨੀ ਭਗਵਾਨ ਸਿੰਘ ਜੀ ਬਾਰੇ ਜੋ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਪਿਤਾ ਜੀ ਸੀ, ਅਤੇ ਸ਼ਹੀਦ ਬਾਬਾ ਹਰਦਾਸ ਸਿੰਘ ਜੀ ਬਾਰੇ ਕੁਝ ਐਸੇ ਤੱਥ ਖੋਜੇ ਹਨ ਇਤਿਹਾਸ ਦੇ ਵਿੱਚ ਜਾ ਕੇ, ਆਪਣੇ ਆਪ ਨੂੰ ਇਤਿਹਾਸ ਦੇ ਵਿੱਚ ਉਤਾਰ ਕੇ, ਜੋ ਤੱਥ ਅੱਜ ਤੱਕ ਸਿੱਖ ਕੌਮ ਦੀ ਆਉਂਦੀ ਪਨੀਰੀ ਕੋਲੋਂ ਛੁਪੇ ਹੋਏ ਹਨ। ਆਓ ਅਸੀਂ ਸਭ ਤੋਂ ਪਹਿਲੇ ਸਰਦਾਰ ਗੁਰਦੇਵ ਸਿੰਘ ਰੂਪਰਾਏ ਜੀ ਦਾ ਸਵਾਗਤ ਕਰੀਏ। ਗੁਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ, ਤੁਸੀਂ ਸ਼ਹੀਦ ਬਾਬਾ ਹਰਦਾਸ ਸਿੰਘ ਜੀ ਦੇ ਬਾਰੇ ਕਾਫੀ ਰਿਸਰਚ ਕੀਤੀ ਹੈ, ਕਾਫੀ ਇਤਿਹਾਸ ਖੋਜਿਆ ਹੈ। ਸਾਨੂੰ ਕੁਝ ਸ਼ਹੀਦ ਬਾਬਾ ਹਰਦਾਸ ਸਿੰਘ ਜੀ ਦੇ ਬਾਰੇ, ਉਹਨਾਂ ਦੇ ਜੀਵਨੀ ਕੁਝ ਸੰਖੇਪ ਵਿੱਚ ਦੱਸੋ ਕਿ ਉਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਿਵੇਂ ਕਿਵੇਂ ਉਹ ਸਿੱਖ ਇਤਿਹਾਸ ਨਾਲ ਜੁੜੇ, ਉਹਨਾਂ ਨੇ ਕੀ ਕੀ ਯੋਗਦਾਨ ਸਿੱਖ ਇਤਿਹਾਸ ਵਾਸਤੇ ਦਿੱਤਾ। ਬੰਮੀ ਜੀ, ਪਹਿਲੀ ਗੱਲ ਤਾਂ ਇਹ, ਮੈਂ ਆਪ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਇੱਕ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਕਿ ਜਿਹੜੀ ਸਾਡੀ ਅੱਜ ਦੀ ਕੌਮ ਦੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਇਤਿਹਾਸ ਬਾਰੇ ਜਾਂ ਸਾਡੇ ਬਜ਼ੁਰਗਾਂ ਨੇ ਜੋ ਹੁਣ ਤੱਕ ਕੰਮ ਕੀਤੇ ਉਹਦੇ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ, ਜਿਹਦਾ ਵੱਡਾ ਕਾਰਨ ਇਹ ਹੈ ਕਿ ਉਹਨਾਂ ਕੋਲ ਪੜ੍ਹਨ ਦਾ ਇੰਨਾ ਸਮਾਂ ਨਹੀਂ, ਔਰ ਨਾ ਹੀ ਉਹ ਚੀਜ਼ਾਂ ਉਹਨਾਂ ਦੇ ਕੋਲ ਉਪਲਬਧ ਹੈਗੀਆਂ। ਜੋ ਅੱਜ ਦੀ ਡੇਟ ਦੇ ਵਿੱਚ ਇਤਿਹਾਸ ਸਾਨੂੰ ਮਿਲਦਾ ਹੈ ਉਹ ਬਹੁਤ ਹੀ ਖਿੰਡਿਆ ਪੁੰਡਿਆ ਔਰ ਬਹੁਤ ਅੱਧ ਪਚੱਦਾ ਹੈਗਾ। ਉਹ ਜਿੰਨਾ ਚਿਰ ਅਸੀਂ 10-15 ਕਿਤਾਬਾਂ ਨਹੀਂ ਮੇਲ ਕੇ ਆਪਸ ਦੇ ਵਿੱਚ ਰਿਸਰਚ ਕਰਕੇ ਪੜ੍ਹਦੇ, ਸਾਨੂੰ ਉਹ ਐਕਚੁਅਲ ਪਿਕਚਰ ਉਹਦੀ ਮਿਲਦੀ ਨਹੀਂ ਜੀ। ਸੋ ਇਹ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਇਹਦੇ ਵਿੱਚ ਅਸੀਂ ਇੱਕ ਬਿਲਕੁਲ ਹਰੇਕ ਹੀਰੇ ਦੀ ਜੀਵਨੀ ਦਾ ਐਕਸਟ੍ਰੈਕਟ ਜਿਹੜਾ ਹੈ ਨਿਚੋੜ ਲਿਆ ਕੇ ਅਸੀਂ ਸਭ ਦੇ ਸਾਹਮਣੇ ਰੱਖਾਂਗੇ। ਉਹਨਾਂ ਨੂੰ 10-10 ਕਿਤਾਬਾਂ ਪੜ੍ਹਨ ਦੀ ਬਜਾਏ ਉਹ ਇੱਕ ਛੋਟੇ ਜਿਹੇ ਇਸ ਐਪੀਸੋਡ ਦੇ ਵਿੱਚ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ, ਕਾਫੀ ਨੌਲੇਜ ਮਿਲ ਸਕਦੀ, ਔਰ ਇਹ ਬਹੁਤ ਚੰਗੀ ਗੱਲ ਹੈ। ਹੁਣ ਆਪਾਂ ਅਗਰ ਆਈਏ ਬਾਬਾ ਹਰਦਾਸ ਜੀ ਬਾਰੇ, ਜਿਹੜੇ ਕਿ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸੀ, ਇਹਨਾਂ ਦੇ ਬਾਰੇ ਇਤਿਹਾਸਕਾਰਾਂ ਨੇ ਜਿੰਨੀਆਂ ਵੀ ਹੁਣ ਤੱਕ ਮੇਰੀ ਨਜ਼ਰ ਦੇ ਵਿੱਚ ਕਿਤਾਬਾਂ, ਬੁੱਕਸ ਜਾਂ ਹੋਰ ਰਿਸਰਚ ਕਰਦੇ ਵਕਤ ਜੋ ਹਿਸਟਰੀ ਮੈਨੂਸਕ੍ਰਿਪਟ ਮੇਰੇ ਸਾਹਮਣੇ ਆਈਆਂ ਜੀ ਜੀ, ਬਹੁਤ ਘੱਟ ਇਨਫੋਰਮੇਸ਼ਨ ਲਿਖੀ ਗਈ ਹੈ, ਤੇ ਸਭ ਨੇ ਕੋਸ਼ਿਸ਼ ਕੀਤੀ ਕਿ ਸਕਿਪ ਕਰਕੇ ਤੇ ਅੱਗੇ ਵਧੀਏ ਹੋਰ ਇਤਿਹਾਸ ਬਾਰੇ। ਮੈਂ ਤੁਹਾਡੀ ਇਸ ਗੱਲ ਵਿੱਚ ਇੱਕ ਐਡੀਸ਼ਨ ਕਰਦਾ ਕਿ ਅੱਜ ਦੀ ਜਿਹੜੀ ਸਾਡੀ ਪਨੀਰੀ ਹੈ, ਆਉਂਦੀ ਪਨੀਰੀ ਤੇ ਜਵਾਨ ਪਨੀਰੀ ਜੀ,
ਉਹਨਾਂ ਚੋਂ ਮੇਰੇ ਹਿਸਾਬ ਨਾਲ 80 to 90% ਲੋਕ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਨੇ ਬਾਬਾ ਹਰਦਾਸ ਜੀ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ। ਸੁਣਿਆ, ਬਿਲਕੁਲ ਸਹੀ ਕਹਿ ਰਹੇ ਹੋ। ਔਰ ਮੈਂ ਇਸੇ ਕਰਕੇ ਹੀ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਰਿਸਰਚ ਉਸ ਮੁੱਢ ਤੋਂ ਸ਼ੁਰੂ ਕਰਾਂ ਤਾਂ ਕਿ ਅੱਗੇ ਦੀ ਅੱਗੇ ਇੱਕ ਇੱਕ ਉਹਦੇ ਬ੍ਰਾਂਚਿਸ ਜਿਹੜੀਆਂ ਉਹਨਾਂ ਤੋਂ ਸਾਨੂੰ ਅੱਗੇ ਇਤਿਹਾਸ ਦਾ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਕੀ ਮਾਰਾਂ ਮਾਰੀਆਂ, ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੇ ਸਿਰ ਤੇ ਅੱਜ ਅਸੀਂ ਸਿਰ ਉੱਚਾ ਕਰਕੇ ਚੱਲ ਰਹੇ ਹਾਂ। ਜੀ ਜੀ। ਸੋ ਹੁਣ ਬਾਬਾ ਹਰਦਾਸ ਜੀ ਦੀ ਗੱਲ ਤੇ ਆਨੇ ਹੈ ਤੇ ਇਹਨਾਂ ਦਾ ਅਗਰ ਸਹੀ ਤਰੀਕੇ ਨਾਲ ਆਪਾਂ ਜੀਵਨੀ ਸਮਝਣੀ ਹੋਵੇ ਤਾਂ ਸਾਨੂੰ ਥੋੜਾ ਜਿਹਾ ਇਹਨਾਂ ਦਾ ਪਿਛੋਕੜ ਦੇਖਣਾ ਪਏਗਾ ਕਿ ਇਹਨਾਂ ਦੇ ਅੰਦਰ ਉਹ ਸਪਿਰਿਟ ਕਿੱਥੋਂ ਆਈ ਜੀ ਜੀ ਸ਼ਹਾਦਤ ਦੀ। ਤੇ ਅਗਰ ਮੈਂ ਬਹੁਤਾ ਦੂਰ ਤੱਕ ਨਾ ਜਾਵਾਂ ਔਰ ਸੰਖੇਪ ਚ ਗੱਲ ਕਰਾਂ ਤੇ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਆਪਾਂ ਲੈ ਲੈਨੇ ਆ ਕਿ ਜਿਸ ਵੇਲੇ ਉਹ ਉਦਾਸੀਆਂ ਖਤਮ ਕਰਕੇ ਤੇ ਕਰਤਾਰਪੁਰ ਸਾਹਿਬ ਆ ਕੇ ਡੇਰੇ ਲਾ ਲਏ। ਜੀ ਜੀ। ਤੇ ਪੰਜਾਬ ਦਾ ਇੱਕ ਬੜਾ ਮਾਝੇ ਦਾ ਇੱਕ ਮਸ਼ਹੂਰ ਪਿੰਡ ਹੈ ਅੰਮ੍ਰਿਤਸਰ ਦੇ ਲਾਗੇ ਜਿਹਦਾ ਨਾਮ ਹੈ ਸੁਰ ਸਿੰਘ ਜੀ। ਉੱਥੇ ਦੇ ਇੱਕ ਬਹੁਤ ਹੀ ਮੰਨੇ ਪਰਮੰਨੇ ਮਹਾਪੁਰਸ਼ ਕਹਿ ਲਓ, ਧਾਰਮਿਕ ਵਿਅਕਤੀ ਕਹਿ ਲਓ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਵਿੱਚ ਬਾਬਾ ਸਮੀ ਜੀ ਕਰਕੇ ਕਿਹਾ ਜਾਂਦਾ ਹੈ। ਉਹ ਆਪਣੇ ਲੜਕੇ ਪਦਾਰਥ ਜਿਨ੍ਹਾਂ ਨੂੰ ਉਸ ਵੇਲੇ ਕਿਹਾ ਜਾਂਦਾ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਭਾਈ ਪਦਾਰਥ ਜੀ ਕਿਹਾ ਜਾਣ ਲੱਗ ਪਿਆ, ਉਹਨਾਂ ਨੂੰ ਨਾਲ ਲੈ ਕੇ, ਕਿਉਂਕਿ ਉਹ ਗੁਰੂ ਘਰ ਦੇ ਬਹੁਤ ਸ਼ਰਧਾਲੂ ਸੀ, ਧਾਰਮਿਕ ਵਿਚਾਰਾਂ ਵਾਲੇ ਸੀ, ਉਹ ਲੈ ਕੇ ਤੇ ਕਰਤਾਰਪੁਰ ਸਾਹਿਬ ਪਹੁੰਚੇ। ਜੀ ਜੀ। ਉੱਥੋਂ ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹਨਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ। ਚਰਨ ਪੌਲ ਲਈ ਉਸ ਵੇਲੇ ਚਰਨ ਪੌਲ ਚਲਦੀ ਸੀ, ਖੰਡੇ ਬਾਟੇ ਦਾ ਅੰਮ੍ਰਿਤ ਉਸ ਵੇਲੇ ਨਹੀਂ ਸੀ ਚੱਲਦਾ। ਤੇ ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਬਹੁਤ ਆਸ਼ੀਰਵਾਦ ਦਿੱਤੇ ਔਰ ਉਹਨਾਂ ਨੂੰ ਹੁਕਮ ਲਗਾਇਆ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਜਾ ਕੇ, ਉਹਨਾਂ ਨੂੰ ਨਾਮਦਾਨ ਵੀ ਦਿੱਤਾ ਕਿ ਤੁਸੀਂ ਇਹਦਾ ਅੱਗੇ ਪ੍ਰਚਾਰ ਕਰੋ। ਜੀ ਜੀ। ਉਹ ਫਿਰ ਆਪਣੇ ਪਿੰਡ ਸੁਰ ਸਿੰਘ ਵਾਪਸ ਆ ਗਏ ਤੇ ਉਹਨਾਂ ਨੇ ਇਸ ਗੁਰਸਿੱਖੀ ਦੇ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੂਰਨਿਆਂ ਦਾ ਪ੍ਰਚਾਰ ਅੱਗੇ ਸ਼ੁਰੂ ਕਰ ਦਿੱਤਾ। ਜੀ। ਤੇ ਜਿਹੜੇ ਭਾਈ ਪਦਾਰਥ ਜੀ ਹੋਏ ਆ, ਉਹਨਾਂ ਦੇ ਉਸ ਵੇਲੇ ਉਹ ਬਹੁਤ ਹੀ ਧਾਰਮਿਕ ਖਿਆਲਾਂ ਦੇ ਆਪਣੇ ਪਿਤਾ ਵਾਂਗ ਸੀ ਔਰ ਬਹੁਤ ਹੀ ਮਤਲਬ ਇਨਸਾਨੀਅਤ ਦੇ ਕਹਿ ਲਓ ਪ੍ਰੇਮੀ ਸੀਗੇ। ਉਹਨਾਂ ਹਰੇਕ ਇਨਸਾਨ 'ਚ ਉਹਨਾਂ ਨੂੰ ਰੱਬ ਦਿਖਾਈ ਦਿੰਦਾ ਸੀ। ਜੀ। ਹਰ ਵੇਲੇ ਨਾਮ ਦੇ ਵਿੱਚ ਰੰਗੇ ਰਹਿਣਾ, ਦੂਰ ਦੂਰ ਤੱਕ ਉਹਨਾਂ ਦੀ ਮਤਲਬ ਪ੍ਰਸਿੱਧੀ ਹੋ ਗਈ ਸੀ ਤੇ ਮਹਾਪੁਰਸ਼ਾਂ ਵਾਲਾ ਜੀਵਨ ਸੀ ਉਹਨਾਂ ਦਾ। ਤੇ ਉਹਨਾਂ ਦੇ ਜਿਹੜੇ ਸੇਵਕ ਸੀ, ਉਹਨਾਂ ਦੇ ਵਿੱਚੋਂ ਇਤਿਹਾਸ ਨੇ 4-5 ਸੇਵਕਾਂ ਦਾ ਨਾਂ ਜਿਹੜਾ ਹੈ ਉਹ ਪ੍ਰਮੁੱਖ ਲਿਆ ਹੈ, ਜਿਨ੍ਹਾਂ ਦੇ ਵਿੱਚ ਭਾਈ ਕਮਾਲ, ਭਾਈ ਜਮਾਲ ਤੇ ਇਸੇ ਤਰ੍ਹਾਂ ਇੱਕ ਭਾਈ ਝਾੜੂ ਜੀ। ਜੀ ਜੀ ਜੀ। ਤੇ ਇਸ ਤਰ੍ਹਾਂ 5 ਉਹਨਾਂ ਦੇ ਮੇਨ ਜਿਹੜੇ ਸੀ ਉਹ ਸ਼ਰਧਾਲੂ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਭਾਈ ਝਾੜੂ ਜੀ ਦਾ ਅੱਜ ਵੀ ਅਸਥਾਨ ਜਿਹੜਾ ਹੈ ਜੀ, ਉਹ ਸੁਰ ਸਿੰਘ ਪਿੰਡ ਦੇ ਵਿੱਚ ਬਣਿਆ ਹੋਇਆ ਹੈ। ਸੁਰ ਸਿੰਘ ਪਿੰਡ ਦੀਆਂ 12 ਪੱਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਭਾਈ ਝਾੜੂ ਜੀ ਦੇ ਨਾਂ ਤੇ ਹੀ ਇੱਕ ਪੱਤੀ ਚੱਲਦੀ ਹੈ। ਤੇ ਇਹ ਵੀ ਆਪਣੇ ਗੁਰੂ ਦੀ ਤਰ੍ਹਾਂ ਜਿੰਨਾ ਇਹਨਾਂ ਦੇ ਕੋਲੋਂ ਹੋ ਸਕਦਾ ਇਹ ਸਾਧ ਸੰਗਤ ਦੀ, ਆਏ ਗਏ ਯਾਤਰੂਆਂ ਦੀ ਸੇਵਾ ਕਰਦੇ, ਉਹਨਾਂ ਨੂੰ ਸ਼ਰਬਤ ਗਰਮੀਆਂ ਦੇ ਦਿਨਾਂ 'ਚ ਘੋਲ ਕੇ ਪਿਲਾਉਂਦੇ ਔਰ ਹਰ ਵੇਲੇ ਨਾਮ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ। ਮੈਂ ਖੁਦ ਜਾ ਕੇ ਸੁਰ ਸਿੰਘ ਉਸ ਪਿੰਡ ਦੇ ਵਿੱਚ ਉਹਨਾਂ ਦੇ ਗੁਰਦੁਆਰੇ ਦੇ, ਉਹਨਾਂ ਦੇ ਘਰ-ਬਾਰ ਜੋ ਵੀ ਅਸਥਾਨ ਬਣੇ ਹੋਏ ਉਹਨਾਂ ਦੇ ਮੈਂ ਦਰਸ਼ਨ ਕੀਤੇ ਹੈ। ਅੱਜ ਵੀ ਉਹ ਚਬੱਚਾ ਜਦੋਂ ਸੰਗਤਾਂ ਦੇ ਵਹੀਰ ਜ਼ਿਆਦਾ ਅੰਮ੍ਰਿਤਸਰ ਵੱਲ ਨੂੰ ਜਾਂਦੇ ਸੀ, ਗੁਰੂ ਸਾਹਿਬਾਨ ਦੇ ਦਰਸ਼ਨਾਂ ਨੂੰ ਜਾਂਦੇ ਸੀ, ਤੇ ਉਹਨਾਂ ਨੇ ਇੱਕ ਚਬੱਚਾ ਬਣਾਇਆ ਹੋਇਆ ਸੀ ਜਿਹਨੂੰ ਅੱਜ ਅਸੀਂ ਇੱਕ ਟੈਂਕ ਕਹਿੰਦੇ ਛੋਟਾ, ਜਿਹਦੇ ਵਿੱਚ ਸ਼ੱਕਰ ਤੇ ਪਾਣੀ ਘੋਲ ਕੇ ਉਹ ਭਰ ਕੇ ਰੱਖਦੇ ਸੀ ਤੇ ਆਏ ਗਏ ਨੂੰ ਤੇ ਉਹ ਪਿਲਾਉਂਦੇ ਸੀ। ਉਹਨਾਂ ਦੇ ਅੱਗੋਂ ਇੱਕ ਚੇਲੇ, ਮੈਂ ਬਹੁਤਾ ਲੰਬਾ ਨਹੀਂ ਇਸ ਇਤਿਹਾਸ 'ਚ ਜਾਂਦਾ, ਬਹੁਤ ਉਹਨਾਂ ਦਾ ਵੱਡੀ ਸਿੱਖੀ ਸੇਵਕੀ ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ ਉਹਨਾਂ ਦੀ। ਉਹਨਾਂ ਦੇ ਅੱਗੋਂ ਇੱਕ ਸੇਵਕ ਸੀ, ਪ੍ਰਮੁੱਖ ਸੇਵਕ ਜਿਨ੍ਹਾਂ ਨੂੰ ਕਿਹਾ ਜਾ ਸਕਦਾ, ਜਿਨ੍ਹਾਂ ਦਾ ਨਾਂ ਸੀ ਭਾਈ ਰਾਮੂ ਜੀ। ਭਾਈ ਰਾਮੂ ਜੀ ਪੱਤੀ ਮਹਾਣਾ ਦੀ ਜਿਹੜੀ ਸੁਰ ਸਿੰਘ ਪਿੰਡ ਦੇ ਵਿੱਚ ਹੈ ਉੱਥੇ ਦੇ ਰਹਿਣ ਵਾਲੇ ਸੀ। ਇਹਨਾਂ ਦੇ ਸ਼ਰਧਾਲੂ ਸੀ, ਇਹਨਾਂ ਤੋਂ ਬਹੁਤ ਪ੍ਰਭਾਵਿਤ ਸੀ, ਇਹਨਾਂ ਤੋਂ ਬਹੁਤ ਗਿਆਨ ਪ੍ਰਾਪਤ ਕੀਤਾ ਉਹਨਾਂ ਨੇ। ਤੇ ਉਹ ਬਮਰਾ ਕਾਸਟ ਜਿਹਨੂੰ ਆਪਾਂ ਕਹਿੰਦੇ ਗੋਤ ਦੇ ਵਿੱਚੋਂ ਸੀਗੇ ਔਰ ਲੋਹਾਰ ਤਖਾਣ ਦਾ ਕੰਮ ਕਰਨ ਵਾਲੇ ਸੀ। ਉਹਨਾਂ ਦੇ ਅੱਗੋਂ ਭਾਈ ਰਾਮੂ ਜੀ
ਨੂੰ ਅਗਰ ਮੈਂ ਹੋਰ ਥੋੜੀ ਜਿਹੀ ਡਿਟੇਲ ਦੱਸਾਂ ਤੇ ਉਹਨਾਂ ਦੇ ਪੜੋਸ ਦੇ ਵਿੱਚ ਭਾਈ ਬਿਧੀ ਚੰਦ ਛੀਨਾ ਜੀ ਜਿਹੜੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬਹੁਤ ਹੀ ਚਹੇਤੇ ਸਨ। ਜੀ ਜੀ ਆਮ ਸੰਗਤ ਉਹਨਾਂ ਦਾ ਇਤਿਹਾਸ ਜਾਣਦੀ ਹੈ ਕਿ ਭਾਈ ਬਿਧੀ ਚੰਦ ਕਿੰਨਾ ਬਹਾਦਰ ਸੀ ਜੀ ਜੀ ਤੇ ਕਿੰਨੇ ਉਹ ਹਥਿਆਰਾਂ ਦਾ ਮਾਹਿਰ ਸੀਗਾ ਚਲਾਉਣ ਦਾ, ਔਰ ਗੁਰੂ ਸਾਹਿਬ ਲਈ ਦੁਸ਼ਾਲੇ ਲੈ ਕੇ ਆਇਆ, ਘੋੜੇ ਲੈ ਕੇ ਆਇਆ ਲਾਹੌਰ ਤੋਂ। ਤੇ ਭਾਈ ਰਾਮੂ ਜੀ ਕਿਉਂਕਿ ਉਹਨਾਂ ਦੇ ਪੜੋਸੀ ਸੀ ਸੁਰ ਸਿੰਘ ਦੇ ਵਿੱਚ, ਅੱਜ ਵੀ ਉਹਨਾਂ ਦੇ ਅਸਥਾਨ ਬਣੇ ਹੋਏ ਆ, ਤੇ ਉਹ ਬੜੇ ਪ੍ਰਭਾਵਿਤ ਸੀ। ਤੇ ਆਪ ਇਹ ਲੋਹਾਰਤ ਖਾਨ ਹੋਣ ਕਰਕੇ ਇਹਨਾਂ ਨੇ ਉਹਨਾਂ ਵਾਸਤੇ ਕਦੇ ਕੋਈ ਹਥਿਆਰ ਵੀ ਬਣਾ ਦੇਣੇ, ਜਾਂ ਜਿੱਦਾਂ ਉਹਨਾਂ ਨੇ ਕਹਿਣਾ ਉਹਨਾਂ ਦੇ ਤਰੀਕੇ ਨਾਲ ਉਹ ਸਾਰਾ ਕੰਮ ਕਰ ਦੇਣਾ। ਤੇ ਉਹਨਾਂ ਦੇ ਉਹ ਗੁਰਸਿੱਖੀ ਪ੍ਰੇਮ ਔਰ ਬਹਾਦਰੀ ਮਤਲਬ ਉਹਨਾਂ ਦੇ ਸ਼ਸਤਰਾਂ ਦੇ ਨਾਲ ਪ੍ਰੇਮ ਦੇਖ ਕੇ ਭਾਈ ਰਾਮੂ ਜੀ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸੋਚਿਆ ਕਿ ਹੇ ਅਕਾਲ ਪੁਰਖ, ਜੇ ਮੇਰੇ ਘਰ ਕੋਈ ਲੜਕਾ ਪੈਦਾ ਹੋਵੇ ਤੇ ਉਹ ਸਿਰਫ ਔਰ ਸਿਰਫ ਭਾਈ ਬਿਧੀ ਚੰਦ ਵਰਗਾ ਹੋਵੇ। ਇੰਨੇ ਪ੍ਰਭਾਵਿਤ ਸੀ। ਤੇ ਇਹੀ ਕਾਰਨ ਸੀ ਕਿ ਜਦੋਂ ਕੁਝ ਸਮਾਂ ਪਾ ਕੇ ਉਹਨਾਂ ਦੇ ਘਰ ਲੜਕਾ ਪੈਦਾ ਹੋਇਆ, ਉਹਨਾਂ ਨੇ ਉਹਦਾ ਨਾਮ ਹੀ ਬਿਧੀ ਚੰਦ ਰੱਖ ਦਿੱਤਾ ਜੀ। ਔਰ ਉਸ ਬਿਧੀ ਚੰਦ ਨੂੰ ਉਹ ਪੂਰੇ ਜੋ ਗੁਣ ਉਹਨਾਂ ਨੇ ਬਿਧੀ ਚੰਦ ਛੀਨਾ ਦੇ ਵਿੱਚ ਦੇਖੇ ਸੀ, ਜੀ ਜੀ ਉਹਨਾਂ ਨੇ ਉਹੀ ਗੁਣ ਆਪਣੇ ਲੜਕੇ ਬਿਧੀ ਚੰਦ ਬਮਰਾ ਕਹਿ ਲਓ ਉਹਨੂੰ ਸਿਖਾਣੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਗੁਰੂਆਂ ਦੀਆਂ ਸਾਖੀਆਂ ਸੁਣਾਉਣੀਆਂ, ਗੁਰਬਾਣੀ ਸੁਣਾਉਣੀ, ਬਹਾਦਰੀ ਦੀਆਂ ਕਹਾਣੀਆਂ ਸੁਣਾਉਣੀਆਂ, ਬਿਧੀ ਚੰਦ ਜੀ ਬਾਰੇ ਕਹਾਣੀਆਂ ਦੱਸਣੀਆਂ, ਤਾਂ ਕਿ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਵੀ ਉਸੇ ਤਰ੍ਹਾਂ ਜੋਸ਼ੀਲੀ ਬਣ ਸਕੇ। 1660 ਈਸਵੀ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਭਾਈ ਬਿਧੀ ਚੰਦ ਦੇ ਬਮਰਾ ਦੇ ਘਰ ਇੱਕ ਲੜਕਾ ਪੈਦਾ ਹੁੰਦਾ ਹੈ ਜਿਨ੍ਹਾਂ ਦਾ ਨਾਂ ਰੱਖਿਆ ਜਾਂਦਾ ਹੈ ਹਰਦਾਸ, ਮਤਲਬ ਹਰੀ ਦਾ ਦਾਸ। ਉਹ ਹਰਦਾਸ ਜਿਹੜਾ ਹੈ ਉਹਨਾਂ ਦੀ ਗੁਰੂ ਦੇ ਨਾਲ ਪ੍ਰੇਮ ਔਰ ਭਗਤੀ ਦਾ ਪ੍ਰਤੀਕ ਕਹਿ ਲਓ। ਉਹਨਾਂ ਨੇ ਉਹਦਾ ਨਾਂ ਇਸੇ ਕਰਕੇ ਹਰਦਾਸ ਰੱਖਿਆ ਕਿ ਇਹਦਾ ਮਤਲਬ ਹੁੰਦਾ ਹੈ ਹਰੀ ਦਾ ਦਾਸ, ਉਸ ਪਰਮਾਤਮਾ ਦਾ ਸੇਵਕ, ਉਸ ਪਰਮਾਤਮਾ ਦਾ ਗੁਲਾਮ। ਇਸ ਨਾਂ ਤੋਂ ਹੀ ਸਾਨੂੰ ਉਸ ਪਰਿਵਾਰ ਦੀ ਜਿਹੜੀ ਹੈ ਉਹ ਗੁਰੂ ਘਰ ਨਾਲ ਸ਼ਰਧਾ ਔਰ ਪ੍ਰੇਮ ਔਰ ਉਹਨਾਂ ਦੀ ਨਿਮਰਤਾ ਜ਼ਾਹਰ ਹੁੰਦੀ ਹੈ ਜੀ। ਸੋ ਇਹ ਸੀ ਇਹਨਾਂ ਦਾ ਪਿਛੋਕੜ ਜੀ ਕਿ ਬਾਬਾ ਹਰਦਾਸ ਜੀ ਬਚਪਨ ਤੋਂ ਉਹਨਾਂ ਨੇ ਬਿਧੀ ਚੰਦ ਜੀ ਨੇ ਇਹਨਾਂ ਨੂੰ ਗੁਰੂਆਂ ਦੀਆਂ ਉਹੀ ਸਾਖੀਆਂ, ਗੁਰਬਾਣੀ ਦੇ ਨਾਲ ਪ੍ਰੇਮ, ਗੁਰਬਾਣੀ ਪੜ੍ਹਨੀ, ਗੁਰਮੁਖੀ ਪੜ੍ਹਨੀ, ਉਸ ਵੇਲੇ ਸਕੂਲ ਤੇ ਹੁੰਦੇ ਨਹੀਂ ਸੀ, ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਹੌਲੀ ਹੌਲੀ ਉਹਨਾਂ ਨੇ ਬਚਪਨ ਤੋਂ ਹੀ ਇਹਨਾਂ ਨੂੰ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰ ਇਹ ਵੀ ਬਹੁਤ ਤੇਜ਼ ਬੁੱਧੀ ਵਾਲੇ ਸੀ। ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਗ੍ਰਹਿਣ ਕਰਨੀਆਂ ਸ਼ੁਰੂ ਕੀਤੀਆਂ। ਗੁਰਮੁਖੀ ਪੜ੍ਹਨੀ ਬਹੁਤ ਜਲਦੀ ਸਿੱਖ ਗਏ, ਗੁਰਬਾਣੀ ਪੜ੍ਹਨੀ ਬਹੁਤ ਜਲਦੀ ਸਿੱਖ ਗਏ। ਇਹ ਇਹਨਾਂ ਦਾ ਖਾਨਦਾਨੀ ਕੀਤਾ ਸੀ ਲੋਹਾਰਾ ਤਰਖਾਣਾ ਕੰਮ, ਉਹ ਵੀ ਇਹਨਾਂ ਨੇ ਜਿਹੜਾ ਹੈ ਬਹੁਤ ਜਲਦੀ ਸਾਰਾ ਉਹਦੇ ਵਿੱਚ ਮਾਹਰ ਹੋ ਗਏ, ਉਹ ਸਿੱਖਣਾ ਸ਼ੁਰੂ ਕਰ ਦਿੱਤਾ। ਤੇ ਇਸੇ ਤਰ੍ਹਾਂ ਉਹਦੇ ਵਿੱਚ ਰਚਦੇ ਹੋਏ ਚੱਲਦੇ ਹੋਏ ਹੌਲੀ ਹੌਲੀ ਤੇ ਇੱਕ ਪਿੰਡ ਦੇ ਵਿੱਚ ਖਬਰ ਫੈਲ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਚੱਲ ਕੇ, ਤੇ ਗੁਰੂ ਗੋਬਿੰਦ ਰਾਏ ਬਹੁਤ ਛੋਟੇ ਸੀ, ਉਹਨਾਂ ਦੇ ਨਾਲ ਸਨ, ਤੇ ਆਨੰਦਪੁਰ ਜਿਹਨੂੰ ਅੱਜ ਅਸੀਂ ਕਹਿੰਦੇ ਆ, ਉਹਨੂੰ ਚੱਕ ਨਾਨਕੀ ਕਿਹਾ ਜਾਂਦਾ ਸੀ ਪਹਿਲਾਂ, ਉਹ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜਗ੍ਹਾ ਖਰੀਦ ਕੇ, ਕਹਿਲੂਰ ਦੇ ਏਰੀਏ 'ਚ ਪੈਂਦੀ ਸੀ ਉਹ, ਤੇ ਉੱਥੇ ਉਹਨਾਂ ਨੇ ਚੱਕ ਨਾਨਕੀ ਨਾਂ ਦਾ ਪਿੰਡ ਵਸਾਇਆ। ਤੇ ਜਿਸਲੇ ਇਧਰ ਮਾਝੇ ਦੇ ਸਿੱਖਾਂ ਦੇ ਵਿੱਚ ਇਹ ਖਬਰ ਫੈਲੀ ਕਿ ਗੁਰੂ ਸਾਹਿਬ ਉਧਰੋਂ ਬਿਹਾਰ ਵੱਲੋਂ, ਪਟਨੇ ਵੱਲੋਂ ਆ ਕੇ ਤਾਂ ਇੱਥੇ ਡੇਰਾ ਲਾ ਲਿਆ, ਉਹਦਾ ਪਹਿਲਾ ਨਾਂ ਚੱਕ ਨਾਨਕੀ ਸੀਗਾ, ਫਿਰ ਉਹਨਾਂ ਨੇ ਹੌਲੀ ਹੌਲੀ ਉਹਦਾ ਨਾਂ ਬਾਅਦ ਦੇ ਵਿੱਚ ਆਨੰਦਪੁਰ ਸਾਹਿਬ ਪੈ ਗਿਆ, ਤੇ ਉਹਨੂੰ ਮੱਖੋਵਾਲ ਵੀ ਪਹਿਲਾਂ ਕਿਹਾ ਜਾਂਦਾ ਸੀ। ਤੇ ਫਿਰ ਇਹ ਬਾਬਾ ਹਰਦਾਸ ਜੀ ਦੀ ਉਮਰ ਉਸ ਵੇਲੇ ਕਹਿ ਲਓ 10-12 ਸਾਲ ਦੀ ਹੋਏਗੀ, ਤੇ ਇਹ ਫਿਰ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਆ ਗਏ ਜੀ। ਉੱਥੇ ਆ ਕੇ ਗੁਰੂ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕੀਤੀ। ਤੇ ਜਿਸ ਵੇਲੇ 1675 ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ
ਬੁਲਾਵੇ ਤੇ ਬਾਦਸ਼ਾਹ ਦੇ ਦਿੱਲੀ ਵੱਲ ਨੂੰ ਚੱਲ ਪਏ ਤੇ ਖਬਰ ਮਿਲ ਗਈ 1675 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ। ਤੇ ਉਹ ਸਾਰਾ ਜਿਹੜਾ ਭਾਰ ਸੀ ਸਿੱਖ ਕੌਮ ਦਾ, ਉਹ ਛੋਟੀ ਉਮਰ ਦੇ ਵਿੱਚ ਹੀ ਗੁਰੂ ਗੋਬਿੰਦ ਰਾਏ, ਉਸ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਦੇ ਉੱਪਰ ਆ ਗਿਆ। ਲੇਕਿਨ ਉਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਉਹ ਸਾਰਾ ਮੈਨੇਜ ਕੀਤਾ ਤੇ ਉਸ ਦੌਰਾਨ ਹੀ ਬਾਬਾ ਹਰਦਾਸ ਜੀ ਬੈਠ ਕੇ ਤੇ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਜੀ। ਹੋਰ ਕਈ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤੇ, ਹਥਿਆਰਾਂ ਦੇ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਸੋ ਇਸ ਤਰ੍ਹਾਂ ਚਲਦਿਆਂ ਚਲਦਿਆਂ ਇਹਨਾਂ ਦਾ ਜੀਵਨ ਜਿਹੜਾ ਹੈ ਉੱਥੇ ਕਾਫੀ ਅੱਛਾ ਜਿਹੜਾ ਹੈ ਜੀ ਉਹ ਬਤੀਤ ਹੋਣਾ ਸ਼ੁਰੂ ਹੋਇਆ। ਅੱਛਾ ਸਿੰਘ ਸਾਹਿਬ, ਸਾਨੂੰ ਥੋੜਾ ਜਿਹਾ ਬਾਬਾ ਹਰਦਾਸ ਜੀ ਦੇ ਪਰਿਵਾਰ ਬਾਰੇ ਚਾਨਣ ਪਾਓ ਕਿ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਸੀ, ਬਾਬਾ ਹਰਦਾਸ ਜੀ ਦੇ ਬੱਚੇ ਕਿੰਨੇ ਸੀ ਤੇ ਅੱਗੇ ਉਹਨਾਂ ਦਾ ਪਰਿਵਾਰ ਕਿਵੇਂ ਚੱਲਿਆ? ਇਸ ਤਰ੍ਹਾਂ ਹੈ ਜੀ ਮੰਮੀ ਜੀ, ਇਹਨਾਂ ਦੇ ਬਾਬਾ ਹਰਦਾਸ ਜੀ, ਜਿਸ ਤਰ੍ਹਾਂ ਆਪਾਂ ਪਿੱਛੇ ਤੋਂ ਇੱਕ ਚੱਲਦੇ ਆਏ ਆ ਕਿ ਭਾਈ ਰਾਮੂ ਜੀ ਤੋਂ ਬੰਸਾਵਲੀ ਇਹਨਾਂ ਦੀ ਸ਼ੁਰੂ ਹੋ ਜਾਂਦੀ ਹੈ। ਜੀ। ਭਾਈ ਰਾਮੂ ਜੀ ਦੇ ਲੜਕੇ ਸੀਗੇ ਭਾਈ ਬਿਧੀ ਚੰਦ ਭੰਵਰਾ, ਫਿਰ ਉਹਨਾਂ ਦੇ ਲੜਕੇ ਬਾਬਾ ਹਰਦਾਸ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਬਾਬਾ ਹਰਦਾਸ ਜੀ ਦੇ ਅੱਗੋਂ ਦੋ ਲੜਕੇ ਹੋਏ ਗਿਆਨੀ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗਿਆਨੀ ਭਗਵਾਨ ਸਿੰਘ, ਤੇ ਇੱਕ ਉਹਨਾਂ ਦੇ ਬ੍ਰਦਰ ਸੀਗੇ ਭਾਈ ਦਾਨ ਸਿੰਘ। ਭਾਈ ਦਾਨ ਸਿੰਘ ਦੇ ਪਰਿਵਾਰ ਬਾਰੇ ਬਹੁਤ ਥੋੜਾ ਇਤਿਹਾਸ ਪਤਾ ਲੱਗਦਾ ਹੈ, ਬੰਸਾਵਲੀ ਦੇ ਵਿੱਚ ਹੀ ਪਤਾ ਲੱਗਦਾ ਹੈ, ਲੇਕਿਨ ਉਹਨਾਂ ਦੇ ਅੱਗੋਂ ਹੋਰ ਕੋਈ ਜ਼ਿਆਦਾ ਇਨਵੋਲਵਮੈਂਟ ਨਹੀਂ ਨਜ਼ਰ ਆਉਂਦੀ। ਲੇਕਿਨ ਭਾਈ ਗਿਆਨ ਸਿੰਘ, ਗਿਆਨੀ ਭਗਵਾਨ ਸਿੰਘ ਉਹਨਾਂ ਦੀ ਦੇਣ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਗਿਆਨੀ ਭਗਵਾਨ ਸਿੰਘ ਜੀ ਦੀ ਇੱਕ ਆਪਾਂ ਅਲੱਗ ਐਪੀਸੋਡ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਉਹ ਸੁਰ ਸਿੰਘ ਕਿਉਂ ਛੱਡਣਾ ਪਿਆ, ਕਿਉਂ ਇੱਚੋਗਿਲ ਦੇ ਵਿੱਚ ਚਲੇ ਗਏ। ਜੀ ਜੀ। ਤੇ ਉੱਥੇ ਰਹਿੰਦਿਆਂ ਹੋਇਆਂ, ਇੱਚੋਗਿਲ ਰਹਿੰਦਿਆਂ ਉਹਨਾਂ ਦੇ ਘਰ 5 ਲੜਕੇ ਜੀ ਪੈਦਾ ਹੋਏ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਸੀ ਸਰਦਾਰ ਜੱਸਾ ਸਿੰਘ, ਜਿਹੜੇ ਬਾਅਦ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਨਾਲ ਪ੍ਰਸਿੱਧ ਹੋਏ। ਫਿਰ ਸੀ ਜੈ ਸਿੰਘ ਜੀ, ਫਿਰ ਸੀ ਮਾਲੀ ਸਿੰਘ ਜੀ, ਫਿਰ ਉਹਨਾਂ ਦਾ ਇੱਕ ਲੜਕਾ ਸੀ ਜਿਨ੍ਹਾਂ ਦਾ ਨਾਂ ਸੀ ਤਾਰਾ ਸਿੰਘ। ਤੇ ਇਸ ਤਰ੍ਹਾਂ ਕਰਕੇ ਉਹਨਾਂ ਦੇ ਅੱਗੋਂ 5 ਖੁਸ਼ਹਾਲ ਸਿੰਘ ਸੀ, 5 ਲੜਕੇ ਉਹਨਾਂ ਦੇ ਹੋਏ। ਅੱਗੋਂ ਫਿਰ ਜੱਸਾ ਸਿੰਘ ਰਾਮਗੜੀਏ ਦੀ ਅੱਗੋਂ ਜਿਹੜੀ ਬੰਸ, ਜਿਹਦੇ ਵਿੱਚ 2 ਲੜਕੇ ਇਹਨਾਂ ਦੇ ਹੋਏ ਆ, ਬਾਬਾ ਜੋਧ ਸਿੰਘ ਜੀ, ਬਾਬਾ ਵੀਰ ਸਿੰਘ ਜੀ। ਜੀ ਜੀ। ਇਸ ਤਰ੍ਹਾਂ ਫਿਰ ਬਾਕੀ ਭਰਾਵਾਂ ਦੇ ਵੀ ਅੱਗੋਂ ਬੰਸਾਵਲੀ, ਉਹ ਆਪਾਂ ਕਿਸੇ ਵੇਲੇ ਫੇਰ ਕਿਸੇ ਐਪੀਸੋਡ ਦੇ ਵਿੱਚ ਕਰਾਂਗੇ। ਲੇਕਿਨ ਇਹਨਾਂ ਨੇ, ਬਾਬਾ ਹਰਦਾਸ ਜੀ ਨੇ ਆਪਣੇ ਲੜਕੇ ਭਗਵਾਨ ਸਿੰਘ ਦੇ ਨਾਲ ਜਿਹੜਾ ਹੈ ਉੱਥੇ ਗੁਰੂ ਸਾਹਿਬ ਦੀ ਬਹੁਤ ਟਹਿਲ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਤਕਰੀਬਨ ਉੱਥੇ ਜੀ ਰਹੇ। ਅੱਛਾ ਸਿੰਘ ਸਾਹਿਬ, ਅਸੀਂ ਇਹ ਵੀ ਸੁਣਿਆ ਹੈ ਕਿ ਬਾਬਾ ਹਰਦਾਸ ਜੀ ਲਿਖਾਰੀ ਵੀ ਬਹੁਤ ਅੱਛੇ ਸੀਗੇ ਤੇ ਇਹਨਾਂ ਨੇ ਕੁਝ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲਿਖੀ, ਤੇ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ, ਉਹ ਵੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ ਬਾਬਾ ਹਰਦਾਸ ਜੀ ਕੋਲੋਂ ਦਰਜ ਕਰਵਾਈ ਸੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਬਾਬਾ ਹਰਦਾਸ ਜੀ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ ਜੀ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਜਿਸ ਵੇਲੇ ਇਹ ਮੱਖੋਵਾਲ, ਚੱਕ ਨਾਨਕੀ, ਅਨੰਦਪੁਰ ਸਾਹਿਬ ਪਹੁੰਚੇ ਹੈ ਜੀ ਜੀ, ਤੇ ਇਹਨਾਂ ਨੇ ਆਪਣਾ ਇੱਕ ਹਥਿਆਰਾਂ ਦੇ ਨਾਲ ਸ਼ਸਤਰ ਵਿੱਦਿਆ ਦੇ ਨਾਲ ਇਹਨਾਂ ਨੇ ਆਪਣਾ ਇੱਕ ਉਹ ਵੀ ਸ਼ੌਂਕ ਪੂਰਾ ਕਰਦੇ ਹੋਏ ਬਹੁਤ ਖੁਸ਼ਕਤ ਲਿਖਾਈ ਦੇ ਵਿੱਚ ਇਹਨਾਂ ਨੇ ਜਿਹੜੀ ਕਿ 9ਵੇਂ ਪਾਤਸ਼ਾਹ ਤੋਂ ਹੀ ਸਟਾਰਟ ਕਰ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ, ਆਦਿ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖਣੀ, ਉਹ ਬੀੜ ਇਹਨਾਂ ਨੇ ਲਿਖਣੀ ਸ਼ੁਰੂ ਕਰ ਦਿੱਤੀ। ਔਰ ਇੱਕ ਦਫਾ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰ ਪਈ ਇਹਨਾਂ ਤੇ ਗੁਰੂ ਗੋਬਿੰਦ ਸਿੰਘ ਕਿਉਂਕਿ ਆਪ ਬਹੁਤ ਅੱਛੇ ਲਿਖਾਰੀ ਸਨ ਜੀ, ਕਵੀ ਸਨ, ਸ਼ਸਤਰ ਵਿੱਦਿਆ ਦੇ ਮਾਹਰ ਤਾਂ ਸੀਗੇ ਹੀ, ਤੇ ਉਹ ਦੂਜੇ ਦੀ ਕਲਾ ਨੂੰ ਵੀ ਬਹੁਤ ਜਲਦੀ ਸਮਝਦੇ ਸੀ। ਤੇ ਉਹਨਾਂ ਨੇ ਬੜਾ ਇਹਨਾਂ ਨੂੰ ਉਤਸ਼ਾਹਿਤ ਕੀਤਾ ਤੇ ਇਹਨਾਂ ਨੂੰ ਥਾਪੜਾ ਦਿੱਤਾ ਕਿ ਤੁਸੀਂ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ 9ਵੇਂ ਪਾਤਸ਼ਾਹ ਦੀ ਬਾਣੀ ਵੀ ਤੁਸੀਂ ਇਹਦੇ ਵਿੱਚ ਐਡ ਕਰੋ ਜੀ। ਤੇ ਇਹ ਪਹਿਲਾ ਗ੍ਰੰਥ ਕਿਹਾ ਜਾ ਸਕਦਾ ਹੈ ਕਿ ਜਿਹਦੇ ਵਿੱਚ 9ਵੇਂ ਪਾਤਸ਼ਾਹ ਜੀ ਦੀ ਬਾਣੀ
ਉਹਨਾਂ ਦੇ ਸ਼ਲੋਕ ਪ੍ਰੋਪਰ ਅਸਥਾਨ ਤੇ ਜਿੱਥੇ ਜਿੱਥੇ ਹੋਣੀ ਚਾਹੀਦੀ ਸੀ ਬਾਣੀ ਰਾਗਾਂ ਦੇ ਵਿੱਚ ਉੱਥੇ ਉੱਥੇ ਇਹਨਾਂ ਨੇ ਉਹ ਐਡ ਕੀਤੀ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੇਖ ਰੇਖ ਦੇ ਵਿੱਚ ਉਹ ਬੀੜ ਤਿਆਰ ਹੋਈ ਹੈ ਜੀ। ਔਰ ਅੱਗੇ ਇਤਿਹਾਸਕਾਰ ਜਿਹੜੇ ਖੋਜੀ ਸੱਜਣ ਹੋਏ ਜਿਨ੍ਹਾਂ ਨੇ ਬੀੜਾਂ ਦੇ ਉੱਪਰ ਖੋਜ ਕੀਤੀ ਹੈ, ਉਹ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਸ ਬੀੜ ਬਾਰੇ ਆਪਣੀਆਂ ਲਿਖਤਾਂ ਦੇ ਵਿੱਚ ਇਹਨਾਂ ਬਾਰੇ ਜ਼ਿਕਰ ਕੀਤਾ ਹੈ ਜੀ। ਜਿਸ ਤਰ੍ਹਾਂ ਕਿ ਐਗਜ਼ਾਮਪਲ ਦੇ ਤੌਰ ਤੇ ਇੱਕ ਕਿਤਾਬ ਹੈਗੀ ਹੈ ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ ਜੀ। ਇਹ ਕਿਤਾਬ ਜਿਹੜੀ ਹੈ ਇਹ ਭਾਈ ਰਣਧੀਰ ਸਿੰਘ ਰਿਸਰਚ ਸਕਾਲਰ ਜਿਹੜੇ ਹੋਏ ਆ ਜੀ ਜੀ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਹਦੇ ਬਾਰੇ ਜ਼ਿਕਰ ਕੀਤਾ ਹੈ ਕਿ ਬਈ 9ਵੇਂ ਪਾਤਸ਼ਾਹ ਦੇ ਸਮੇਂ ਤੋਂ ਸ਼ੁਰੂ ਕੀਤੀ ਗਈ ਜੀ ਬੀੜ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਖਤਮ ਹੋਈ ਹੈ। ਫਿਰ ਇੱਕ ਹੋਰ ਕਿਤਾਬ ਦਾ ਸਾਨੂੰ ਹਵਾਲਾ ਮਿਲਦਾ ਇਹਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ ਜੀ ਸ਼ਾਇਦ ਇਹ ਕਿਤਾਬ ਪਿਆਰਾ ਸਿੰਘ ਪਦਮ ਦੀ ਲਿਖੀ ਹੋਈ ਹੈ ਜੀ। ਉਹਦੇ ਵਿੱਚ ਵੀ ਉਹ ਬਾਬਾ ਹਰਦਾਸ ਜੀ ਦਾ ਜ਼ਿਕਰ ਕਰਦੇ ਆ ਕਿ ਜਿਹੜੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਸੀਗੇ, ਉਹਨਾਂ ਨੇ ਇਹ ਬੀੜ ਲਿਖੀ ਹੈ ਜੀ। ਔਰ ਤਕਰੀਬਨ ਇਹਨਾਂ ਨੇ ਇਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪਹਿਲੀ ਬੀੜ ਸੀ ਜਿਹਦੇ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਸ ਜਿਸ ਰਾਗ ਦੇ ਵਿੱਚ ਹੋਣੀ ਚਾਹੀਦੀ ਸੀ ਦਰਜ, ਉੱਥੇ ਉੱਥੇ ਦਰਜ ਕੀਤੀ ਤੇ ਨਾਲ 9ਵੇਂ ਪਾਤਸ਼ਾਹ ਦੇ ਸ਼ਲੋਕ ਜੀ। ਔਰ ਇਸ ਤੋਂ ਬਾਅਦ ਡਾਕਟਰ ਅਨੁਰਾਗ ਸਿੰਘ ਜੀ ਜੀ ਜੀ, ਉਹਨਾਂ ਨੇ ਬੀੜਾਂ ਦੇ ਉੱਪਰ ਬਹੁਤ ਖੋਜਬੀਨ ਉਹਨਾਂ ਦੀ ਕੀਤੀ ਬੜੀ ਹੈ। ਰਿਸਰਚ ਹੈ ਸਿੱਖ ਉਹਨਾਂ ਦੀ ਬਹੁਤ ਜ਼ਿਆਦਾ ਬੀੜਾਂ ਦੇ ਉੱਪਰ ਦਸਮ ਗ੍ਰੰਥ ਖਾਸ ਕਰਕੇ ਤੇ ਆਦਿ ਗ੍ਰੰਥ ਤੇ ਬੜੀ ਰਿਸਰਚ ਹੈ ਜੀ ਜੀ ਤੇ ਉਹ ਲਿਖਦੇ ਆ ਕਿ ਬਈ ਉਹਨਾਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਹੈਗਾ ਕਿ ਗੁਰੂ ਬਾਬਾ ਹਰਦਾਸ ਜੀ ਨੇ ਗੁਰੂ ਸਾਹਿਬ ਦੇ ਕੋਲ ਰਹਿੰਦਿਆਂ ਹੋਇਆਂ ਆਦਿ ਗ੍ਰੰਥ ਸਾਹਿਬ ਦੀ ਬੀੜ ਤੇ ਲਿਖੀ ਹੈ ਜੀ। 1696 ਦੇ ਵਿੱਚ ਦਸਮ ਗ੍ਰੰਥ ਜਿਹੜਾ ਲਿਖਿਆ ਜਾ ਰਿਹਾ ਸੀ ਉਹਦੇ ਵਿੱਚ ਵੀ ਹਿੱਸਾ ਪਾਇਆ, ਕੁਝ ਪੋਰਸ਼ਨ ਉਹਦਾ ਵੀ ਉਹਨਾਂ ਨੇ ਲਿਖਿਆ ਜੀ। ਤੇ ਆਦਿ ਗ੍ਰੰਥ ਸਾਹਿਬ ਦੀ ਬੀੜ ਉਹਨਾਂ ਨੇ ਜਿਹੜੀ ਹੈ ਉਹ 1600 ਤੇ 84 ਦੀ ਡੇਟ ਦਿੰਦੇ ਆ ਕਿ ਉਹਦੇ ਵਿੱਚੋਂ ਲਿਖੀ ਗਈ ਹੈ। ਔਰ ਇਹ ਜਿਹੜੀ ਬੀੜ ਸੀ ਬਹੁਤ ਇਤਿਹਾਸਕਾਰਾਂ ਨੇ ਇਹਦੇ ਬਾਰੇ, ਜਿਸ ਤਰ੍ਹਾਂ ਕਿ ਡਾਕਟਰ ਗੁਰਿੰਦਰ ਸਿੰਘ ਮਾਨ ਇੰਗਲੈਂਡ ਵਾਲੇ ਜੀ ਜੀ, ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ। ਫਿਰ ਸਰਦਾਰ ਕੁਲਬੀਰ ਸਿੰਘ ਜਿਨ੍ਹਾਂ ਨੇ ਗੁਰਬਾਣੀ ਮੰਗਲ ਦੇ ਉੱਪਰ ਬਹੁਤ ਜ਼ਿਆਦਾ ਰਿਸਰਚ ਕੀਤੀ ਹੈ, ਜੀ ਜੀ, ਉਹਨਾਂ ਨੇ ਇਹਦੇ ਬਾਰੇ ਲਿਖਿਆ ਔਰ ਸਭ ਨੇ ਮੰਨਿਆ ਕਿ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਦੀ ਸ਼ੈਲਫ ਨੰਬਰ 511 ਤੇ ਇਹ ਹਸਤਲਿਖਤ ਖਰੜਾ ਇਹ ਬੀੜ ਪਈ ਹੁੰਦੀ ਸੀ ਔਰ ਉੱਥੇ ਲੇਬਲ ਲੱਗਿਆ ਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਲਿਖਾਰੀ ਬਾਬਾ ਹਰਦਾਸ ਜੀ ਦੁਆਰਾ ਲਿਖਿਤ ਆਦਿ ਗ੍ਰੰਥ ਸਾਹਿਬ ਦੀ ਬੀੜ ਜੀ। ਇਹ ਬੜੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਇਹ ਕਿ ਬਈ ਇਹੋ ਜਿਹੇ ਸਿੱਖ ਸ਼ਰਧਾਲੂ ਵੀ ਹੋਏ ਆ ਜਿਨ੍ਹਾਂ ਨੇ ਇੰਨਾ ਜ਼ਿਆਦਾ ਉਸ ਵੇਲੇ ਕੰਮ ਕੀਤਾ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਵੈਬਸਾਈਟ ਹੈਗੀ ਹੈ ਸਿੱਖ ਹੈਰੀਟੇਜ ਇੰਟਰਨੈਸ਼ਨਲ ਸਿੱਖ ਹੈਰੀਟੇਜ ਮਿਊਜ਼ੀਅਮ ਜਿਹੜਾ ਹੈ ਜੀ। ਉਹਨਾਂ ਨੇ ਇਸ ਚੀਜ਼ ਦਾ ਵੀ ਕਲੇਮ ਕੀਤਾ ਹੈ ਕਿ ਇਹਨਾਂ ਦਾ ਇੱਕ ਗੁਟਕਾ ਹੱਥ ਦਾ ਲਿਖਿਆ ਹੋਇਆ ਉਹਨਾਂ ਦੇ ਕੋਲ ਪਿਆ ਹੈ, ਜਿਹਦੀਆਂ ਫੋਟੋ ਆਮ ਨੈਟ ਤੇ ਮਿਲ ਜਾਂਦੀਆਂ ਉਸ ਗੁਟਕੇ ਦੀਆਂ ਵੀ, ਔਰ ਬੜੀ ਖੁਸ਼ਕਤ ਔਰ ਬੜੀ ਡੈਕੋਰੇਟਿਵ ਲਿਖਾਈ ਦੇ ਵਿੱਚ ਉਹ ਲਿਖਿਆ ਹੋਇਆ। ਪਲੱਸ ਉਹ ਕਲੇਮ ਕਰਦੇ ਆ ਕਿ ਇਹਨਾਂ ਦੇ ਹੋਰ 3 ਇਹਨਾਂ ਦੇ ਹੱਥ ਦੇ ਲਿਖੇ ਹੋਏ ਗੁਟਕੇ ਜਾਂ ਸੈਂਚੀਆਂ ਗੁਰਬਾਣੀ ਦੀਆਂ ਉਹ ਵੀ ਅਸੀਂ ਪ੍ਰਕਿਉਰ ਕਰ ਲਈਆਂ ਕਿੱਥੋਂ ਕਿੱਥੋਂ ਉਹਨਾਂ ਨੇ ਲੱਭੀਆਂ ਨੇ ਜੀ ਜੀ। ਤੇ ਉਹ ਬੀੜ ਜਿਹੜੀ ਸੀ ਉਹ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਉੱਤੇ ਆਪਣੇ ਸਿਗਨੇਚਰ ਕੀਤੇ ਆ ਜੀ। ਤੇ ਉਹ ਬੀੜ 1984 ਤੋਂ ਬਾਅਦ ਕਿਹਾ ਜਾਂਦਾ ਹੈ ਕਿ ਵੀ ਉਸ ਬੀੜ ਦਾ ਕੋਈ ਪਤਾ ਨਹੀਂ ਲੱਗਾ ਉਹ ਬੀੜ ਕਿੱਧਰ ਗਈ ਜੀ। ਇੱਕ ਜਲੰਧਰ ਦੇ ਪੱਤਰਕਾਰ ਨੇ ਜਤਿੰਦਰ ਸਿੰਘ ਪੰਨੂ, ਹਾਂਜੀ, ਉਹਨਾਂ ਨੇ ਆਪਣੀ ਇੱਕ ਵੀਡੀਓ ਸੀਰੀਜ਼ ਦੇ ਵਿੱਚ 800 ਤੇ ਸ਼ਾਇਦ 94 ਨੰਬਰ ਹੈ ਉਹਦਾ, ਉਹਦੇ ਵਿੱਚ ਵੀ ਉਹਨਾਂ ਨੇ ਇਸ ਬੀੜ ਬਾਰੇ ਵੀ ਕਾਫੀ ਜ਼ਿਕਰ ਕੀਤਾ ਜੀ ਜੀ। ਬਾਬਾ ਹਰਦਾਸ ਜੀ ਵਾਲੀ। ਤੇ ਉਸ ਤੋਂ ਬਾਅਦ ਇਹਨਾਂ ਦੇ ਬੀੜ ਤੋਂ ਬਾਅਦ ਫਿਰ ਉਸ ਵੇਲੇ ਦੇ ਜਿਹੜੇ ਮਸ਼ਹੂਰ ਗੁਰੂ ਗੋਬਿੰਦ ਸਿੰਘ ਜੀ ਦੇ 4 ਲਿਖਾਰੀ ਬਹੁਤ ਮਸ਼ਹੂਰ ਹੋਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਬਾਬਾ ਹਰਦਾਸ ਜੀ ਸੀਗੇ, ਇੱਕ ਬਾਬਾ ਵਿਨੋਦ ਜੀ ਕਹਿ ਲਓ, ਵਿਨੋਦ ਸਿੰਘ ਜੀ, ਇੱਕ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ। ਇਹਨਾਂ ਸਾਰਿਆਂ ਨੇ
ਦਸਮ ਗ੍ਰੰਥ ਬਾਰੇ ਕਾਫੀ ਲਿਖੀਆਂ ਬੀੜਾਂ, ਆਦਿ ਗ੍ਰੰਥ ਦਾ ਵੀ ਕੁਝ ਹਿੱਸਾ ਲਿਖਿਆ, ਪਰ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਜਿਹੜੀ ਫੇਮਸ ਸੀਗੀ ਬੀੜ ਉਹ ਬਾਬਾ ਹਰਦਾਸ ਜੀ ਵਾਲੀ ਸੀ। ਔਰ ਗੁਰੂ ਸਾਹਿਬ ਇਹਨਾਂ ਦੇ ਇਸ ਕ੍ਰਿਤ ਤੋਂ ਬਹੁਤ ਖੁਸ਼ ਸੀਗੇ। ਔਰ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਇੱਕ ਜਗ੍ਹਾ ਤੇ ਬੀੜ ਦੇ 741 ਪੇਜ ਦੇ ਉੱਤੇ ਬੜੀ ਨਿਮਰਤਾ ਦੇ ਨਾਲ, ਉੱਥੋਂ ਇੱਕ ਨਿਮਰਤਾ ਸਮਝ ਆਉਂਦੀ ਕਿ ਲਿਖਾਰੀ ਦੀ ਕਿੰਨੀ ਨਿਮਰਤਾ ਹੈਗੀ ਹੈ। ਉਹਦੇ ਪਿੱਛੇ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਮਤਲਬ ਨੀਵਾਂ ਲਿਖਿਆ ਕਿ ਗ੍ਰੰਥ ਸੰਪੂਰਨ ਹੁਆ ਲਿਖਿਆ, ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ, ਆਪਣਾ ਨਾਮ ਵੀ ਨਹੀਂ ਲਿਖਿਆ, ਉਹਦੇ 'ਚ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਤੱਕ ਆਪਣੇ ਆਪ ਨੂੰ ਲਿਖਿਆ। ਔਰ ਬਈ ਇਹਦੇ ਵਿੱਚ ਅਗਰ ਕੋਈ ਗਲਤੀ ਜਾਂ ਕੁਝ ਹੋਵੇ ਤੇ ਜੋ ਵੀ ਹੈ ਉਹ ਸਭ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਉਹਨੂੰ ਜਿੰਨਾ ਮੈਂ ਸ਼ੁੱਧ ਕਰਕੇ ਲਿਖ ਸਕਾਂ। ਅੱਛਾ ਸਿੰਘ ਸਾਹਿਬ, ਇਹ ਤੇ ਹੋ ਗਈ ਬਾਬਾ ਹਰਦਾਸ ਜੀ ਦੇ ਲਿਖਾਰੀ ਹੋਣ ਦੇ ਗੁਣ ਬਾਰੇ ਗੱਲ ਜੀ। ਅਸੀਂ ਜਿੱਥੋਂ ਤੱਕ ਇਤਿਹਾਸ ਪੜ੍ਹਿਆ ਹੈ ਜਾਂ ਸੁਣਿਆ ਹੈ, ਹਾਲਾਂਕਿ ਅਸੀਂ ਬਹੁਤ ਜ਼ਿਆਦਾ ਨਹੀਂ ਖੋਜਬੀਨ ਕਰ ਪਾਏ ਇਤਿਹਾਸ ਬਾਰੇ ਜਿੰਨੀ ਤੁਸੀਂ ਕਰ ਸਕੇ ਹੋ, ਬਾਬਾ ਹਰਦਾਸ ਜੀ ਦੇ ਵਿੱਚ ਸਿਰਫ ਲਿਖਾਰੀ ਹੋਣ ਦੇ ਨਹੀਂ, ਹੋਰ ਵੀ ਕਈ ਗੁਣ ਸੀਗੇ, ਸ਼ਸਤਰਾਂ ਨੂੰ ਬਣਾਉਣ ਦੇ, ਸ਼ਸਤਰਾਂ ਨੂੰ ਚਲਾਉਣ ਦੇ। ਤਾਂ ਕੁਝ ਉਹਨਾਂ ਦੇ ਜੀਵਨੀ ਦੇ ਵਿੱਚ ਕੁਝ ਬਣਾਏ ਹੋਏ ਉਹਨਾਂ ਦੇ ਐਸੇ ਸ਼ਸਤਰ ਜਾਂ ਉਹਨਾਂ ਦੇ ਕੋਈ ਐਸੀ ਘਟਨਾ ਵੀ ਉਹਨਾਂ ਨੇ ਜਿੱਥੇ ਸ਼ਸਤਰਾਂ ਦਾ ਇਸਤੇਮਾਲ ਕੀਤਾ ਹੋਏ? ਬਿਲਕੁਲ ਸਹੀ ਕਹਿ ਰਹੇ ਹੋ। ਪਰਮਾਤਮਾ ਬਹੁਤ ਘੱਟ ਇਨਸਾਨ ਐਸੇ ਹੈਗੇ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਗੁਣਾਂ ਦੇ ਨਾਲ ਨਿਵਾਜਦਾ ਹੈ ਜੀ। ਬਾਬਾ ਹਰਦਾਸ ਜੀ ਉਹਨਾਂ 'ਚੋਂ ਇੱਕ ਸੀਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਗੁਣ ਸ਼ਾਮਿਲ ਸੀ ਜੀ। ਉਹ ਪੂਰਨ ਗੁਰਸਿੱਖ ਸੀ ਜੀ, ਲਿਖਾਰੀ ਬਹੁਤ ਵਧੀਆ ਸੀ ਜੀ। ਔਰ ਗੁਰੂ ਸਾਹਿਬ ਦੇ ਬਹੁਤ ਚਹੇਤੇ ਲਿਖਾਰੀ ਸੀ ਜੀ। ਸ਼ਸਤਰ ਵਿਦਿਆ ਦੇ ਮਾਹਿਰ ਸੀ ਜੀ। ਘੋੜਸਵਾਰੀ ਦੇ ਮਾਹਿਰ ਸੀ ਜੀ। ਔਰ ਸਭ ਤੋਂ ਵੱਡੀ ਗੱਲ ਜੋ ਕਿ ਇੱਕ ਆਮ ਲੋਹਾਰਾਂ ਤਖਾਣਾ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ, ਉਹ ਲੋਹੇ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਰਟ ਸੀ ਉਸ ਕੰਮ ਨੂੰ ਕਰਨ ਦੇ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਇਹ ਗੁਣ ਦੇਖ ਕੇ ਉਹਨਾਂ ਨੂੰ ਸ਼ਸਤਰ ਬਣਾਉਣ ਵਾਲੇ ਕਾਰਖਾਨੇ ਦਾ ਇੰਚਾਰਜ ਬਣਾ ਦਿੱਤਾ ਸੀ। ਅੱਛਾ ਜੀ। ਔਰ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਰਹਿੰਦਿਆਂ ਇਹਨਾਂ ਨੇ ਬੜੀ ਤਰ੍ਹਾਂ ਦੀਆਂ ਧਾਤਾਂ ਢਾਲ ਕੇ ਮਿਕਸ ਕਰਕੇ, ਔਰ ਕਈ ਹਥਿਆਰ ਇਹਨਾਂ ਨੇ ਢਾਲਾਂ, ਕਿਰਪਾਨਾਂ, ਤੀਰ, ਨੇਜੇ, ਬਰਛੇ, ਤੇ ਇੱਥੋਂ ਤੱਕ ਕਈ ਤੇ ਇਤਿਹਾਸਕਾਰ ਇਹ ਵੀ ਲਿਖਦੇ ਕਿ ਉਹ ਲੱਕੜ ਦੇ ਔਰ ਲੋਹੇ ਨੂੰ ਮਿਕਸ ਕਰਕੇ ਤੇ ਛੋਟੀਆਂ ਬੰਦੂਕਾਂ ਜਾਂ ਤੋਪਾਂ ਵੀ ਬਣਾਉਂਦੇ ਸੀ, ਨਿੱਕੀਆਂ ਅੱਛਾ, ਛੋਟੇ ਮਾਰ ਕਰਨ ਵਾਲੀਆਂ। ਬਟ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਜਿਹੜਾ ਜ਼ਿਕਰ ਆਉਂਦਾ ਹੈ ਉਹ ਆਉਂਦਾ ਇੱਕ ਨਾਗਣੀ ਬਰਛਾ ਜੀ, ਜਿਹਦਾ ਕੁਝ ਹਿੱਸਾ ਇੱਕ ਹੱਥੇ ਦੀ ਤਰ੍ਹਾਂ ਲੰਬਾ ਡੰਡਾ ਸੀ ਤੇ ਉਹਦੇ ਅੱਗੇ ਨਾਗਣੀ ਦੀ ਤਰ੍ਹਾਂ ਬਲ ਖਾਂਦਾ ਹੋਇਆ ਬਰਛਾ ਸੀ, ਜਿਹਦੀ ਟੋਟਲ ਲੰਬਾਈ ਡਾਕਟਰ KS ਨਾਰਿੰਗ ਲਿਖਦੇ ਹੈ 8 ਫੁੱਟ 9 ਇੰਚ ਸੀ ਜੀ। ਇਹ ਬਰਛਾ ਅੱਜ ਵੀ ਜਿਹੜਾ ਹੈ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਿਆ ਹੈ ਔਰ ਸੰਗਤ ਨੂੰ ਡੇਲੀ ਉਹਦੇ ਦਰਸ਼ਨ ਕਰਾਏ ਜਾਂਦੇ, ਜਦੋਂ ਸ਼ਸਤਰਾਂ ਦੇ ਜਦੋਂ ਦਰਸ਼ਨ ਕਰਾਏ ਜਾਂਦੇ ਆ। ਔਰ ਇੱਕ ਬਾਬਾ ਦੀਪ ਸਿੰਘ ਜੀ ਦਾ ਖੰਡਾ ਜਿਹੜਾ ਕਿ 14 ਸੇਰ ਉਹਦਾ ਵਜ਼ਨ ਕਿਹਾ ਜਾਂਦਾ, ਇੱਕ ਸੇਰ ਉਸ ਵੇਲੇ ਦਾ ਤਕਰੀਬਨ 928 ਗ੍ਰਾਮ ਦਾ ਹੁੰਦਾ ਹੈ, ਉਹ ਖੰਡਾ ਵੀ ਇਹਨਾਂ ਦਾ ਹੀ ਬਣਾਇਆ ਹੋਇਆ ਸੀ ਬਾਬਾ ਹਰਦਾਸ ਜੀ ਦਾ ਜੀ। ਔਰ ਉਹ ਨਾਗਣੀ ਦੀ ਪਰਖ ਕਦੋਂ ਹੋਈ? ਜਦੋਂ ਸਨ 1700 ਦੇ ਵਿੱਚ ਜੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਤੋਂ ਖਾਰ ਖਾਣ ਲੱਗ ਪਏ, ਇਹਨਾਂ ਦੀ ਸ਼ੋਹਰਤ ਵੱਧਦੀ ਦੇਖ ਕੇ, ਇਹਨਾਂ ਦਾ ਰਹਿਣ ਸਹਿਣ ਜਾਹੋ ਜਲਾਲ ਇਹਨਾਂ ਦਾ ਦੇਖ ਕੇ, ਤੇ ਉਹਨਾਂ ਨੂੰ ਡਰ ਪੈ ਗਿਆ ਸੀ ਜੀ। ਤੇ ਉਹਨਾਂ ਨੇ ਇਕੱਠੇ ਹੋ ਕੇ ਤੇ ਕਿਹਾ ਵੀ ਇਹਨਾਂ ਨੂੰ ਖਤਮ ਕਰੀਏ। ਪਿੱਛੋਂ ਉਹਨਾਂ ਨੂੰ ਦਿੱਲੀ ਤੋਂ ਵੀ ਉਹਨਾਂ ਨੂੰ ਸਹਾਇਤਾ ਮਿਲ ਗਈ, ਸ਼ਹਿ ਮਿਲ ਗਈ ਕਿ ਇਹਨਾਂ ਨੂੰ ਖਤਮ ਕਰੋ, ਉੱਥੋਂ ਕੱਢੋ ਜੀ। ਤੇ ਉਹਨਾਂ ਤੋਂ ਸਹਾਇਤਾ ਲੈ ਕੇ ਫੌਜਾਂ ਚੜਾ ਕੇ ਤੇ ਇਹਨਾਂ ਦੇ ਉੱਤੇ ਅਨੰਦਪੁਰ ਸਾਹਿਬ ਉਹਨਾਂ ਨੇ ਹਮਲਾ ਕਰ ਦਿੱਤਾ। ਲੋਹਗੜ੍ਹ ਕਿਲੇ ਨੂੰ ਉਹਨਾਂ ਨੇ ਘੇਰਾ ਪਾ ਲਿਆ ਜੀ। ਹੁਣ ਜਦੋਂ ਲੋਹਗੜ੍ਹ ਕਿਲੇ ਨੂੰ ਘੇਰਾ ਪਾ ਲਿਆ ਤੇ ਉੱਥੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ, ਬਹੁਤ ਸਾਰੇ ਮੁਸਲਮਾਨ ਵੀ ਸ਼ਹੀਦ ਹੋਏ, ਲੇਕਿਨ ਉਹ ਕਿਲਾ ਇੰਨਾ ਮਜ਼ਬੂਤ ਸੀਗਾ ਕਿ ਉਹਦਾ ਦਰਵਾਜ਼ਾ ਉਹਨਾਂ ਫੌਜਾਂ ਤੋਂ ਟੁੱਟ ਨਹੀਂ ਸੀ ਰਿਹਾ ਜੀ। ਉਹ ਬੜਾ ਸ਼ਸ਼ੋਪੰਚ ਪਏ। ਅਖੀਰ ਉਹਨਾਂ ਨੇ ਇੱਕ ਸਲਾਹ ਕੀਤੀ ਵੀ ਅਸੀਂ ਇੱਦਾਂ ਕਰਦੇ ਹਾਂ ਕਿ ਇੱਕ ਹਾਥੀ ਲਿਆ ਕੇ, ਜਿਹੜਾ ਬਹੁਤ ਤਕੜਾ ਮਜ਼ਬੂਤ ਹਾਥੀ ਹੋਵੇ, ਉਹਦੇ ਮੱਥੇ ਦੇ ਉੱਤੇ ਸੁੰਡ ਸਾਰੇ ਪਾਸੇ ਲੋਹੇ ਦੀਆਂ ਤਵੀਆਂ ਬੰਨ੍ਹ ਦਈਏ ਜੀ, ਤੇ ਸੁੰਡ ਦੇ ਨਾਲ ਉਹਦੇ ਜਿਹੜਾ ਹੈ ਉਹ ਤਲਵਾਰਾਂ ਬੰਨ੍ਹ ਦਈਏ ਤੇ ਉਹਨੂੰ ਸ਼ਰਾਬ ਪਿਲਾ ਦਿਓ।
ਸ਼ਰਾਬ ਪਿਲਾ ਕੇ ਤੇ ਉਹਨੂੰ ਦਰਵਾਜ਼ੇ ਵੱਲ ਭੇਜ ਦਿਓ ਤੇ ਉਹ ਮਸਤ ਹੋਇਆ ਜਾ ਕੇ ਦਰਵਾਜ਼ੇ 'ਚ ਠੋਕਰ ਮਾਰੇਗਾ ਤੇ ਦਰਵਾਜ਼ਾ ਟੁੱਟ ਜਾਏਗਾ ਤੇ ਅਸੀਂ ਕਿਲੇ ਦੇ ਅੰਦਰ ਵੜ ਜਾਾਂਗੇ ਤੇ ਹਰਾ ਦਿਆਂਗੇ ਗੁਰੂ ਸਾਹਿਬ ਨੂੰ ਜੀ। ਇੱਧਰੋਂ ਗੁਰੂ ਸਾਹਿਬ ਨੂੰ ਵੀ ਸੂਈਆਂ ਨੇ ਆ ਕੇ ਖਬਰ ਦੇ ਦਿੱਤੀ, ਖਾਲਸੇ ਨੂੰ ਵੀ ਪਤਾ ਲੱਗ ਗਿਆ, ਸਿੱਖਾਂ ਨੂੰ ਵੀ ਇਹ ਵਿਉਂਤਾਂ ਬਣਾਈਆਂ ਜਾ ਰਹੀਆਂ, ਇਸ ਤਰੀਕੇ ਨਾਲ ਉਹਨਾਂ ਨੇ ਹਮਲਾ ਕਰਨਾ ਹੈ। ਤੇ ਪਹਿਲਾਂ ਤੇ ਇੱਕ ਉੱਥੇ ਹੋਰ ਹਾਸੇ ਦੀ ਗੱਲ ਦਸੀਏ ਅਗਰ ਕਿ ਗੁਰੂ ਸਾਹਿਬ ਕਹਿਣ ਲੱਗੇ, ਉੱਥੇ ਇੱਕ ਮਸੰਦ ਹੁੰਦਾ ਸੀ ਜਿਹਦਾ ਨਾਂ ਸੀ ਦੁਨੀ ਚੰਦ ਜੀ। ਉਹਦਾ ਵਜਨ ਇਤਿਹਾਸਕਾਰ ਲਿਖਦੇ 7 ਮਣ ਹੁੰਦਾ ਸੀ ਉਸ ਵੇਲੇ ਦਾ। ਤੇ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਕਿ ਉਸ ਹਾਥੀ ਦੇ ਨਾਲ ਸਾਡਾ ਇਹ ਹਾਥੀ ਲੜੇਗਾ ਜੀ। ਲੇਕਿਨ ਉਹ ਤੇ ਸਰੀਰ ਦਾ ਹੀ ਹਾਥੀ ਸੀ ਜੀ ਜੀ। ਉਹਦੇ ਵਿੱਚ ਕੋਈ ਐਸਾ ਗੁਣ ਨਹੀਂ ਸੀ, ਕੋਈ ਇੰਨਾ ਉਹਦਾ ਜਿਗਰਾ ਨਹੀਂ ਸੀ, ਉਹਦੇ ਅੰਦਰ ਇੰਨੀ ਬਹਾਦਰੀ ਨਹੀਂ ਸੀ। ਉਹ ਤੇ ਪਹਿਲਾਂ ਹੀ ਵਿਚਾਰਾ ਡਰ ਕੇ ਲੁਕਣ ਲੱਗ ਪਿਆ ਵੀ ਮੇਰਾ ਨੰਬਰ ਆ ਗਿਆ। ਖੈਰ ਉਹ ਆਪਾਂ ਉਧਰ ਨੂੰ ਨਹੀਂ ਜਾਂਦੇ ਉਸ ਕਹਾਣੀ ਵੱਲ ਨੂੰ। ਫਿਰ ਸ਼ਹੀਦ ਮਨੀ ਸਿੰਘ ਜਿਹੜੇ ਹੋਏ ਆ ਜੀ ਜੀ, ਉਹਨਾਂ ਦੇ ਲੜਕੇ ਸੀ ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਦੀ ਡਿਊਟੀ ਲਾਈ ਗਈ ਵੀ ਇਹ ਕੰਮ ਹੁਣ ਤੂੰ ਕਰ, ਉਸ ਹਾਥੀ ਦੇ ਨਾਲ ਮੁਕਾਬਲਾ ਤੁਸੀਂ ਕਰੋਗੇ ਜੀ। ਤੇ ਉਹ ਸਿਰ ਝੁਕਾ ਕੇ ਕਹਿਣ ਲੱਗਾ ਹੱਥ ਜੋੜ ਕੇ, ਗੁਰੂ ਜੀ ਜਿਹਦੇ ਉੱਤੇ ਤੁਹਾਡਾ ਆਸ਼ੀਰਵਾਦ ਹੋ ਜਾਏ ਤੇ ਉਹਦੇ ਅੱਗੇ ਹਾਥੀ ਕੀ ਚੀਜ਼ ਹੈਗੇ ਆ, ਤੁਸੀਂ ਥਾਪੜਾ ਦਿਓ ਤੇ ਮੈਂ ਇਕੱਲਾ ਹੀ ਜਾ ਕੇ ਹਾਥੀ ਨਾਲ ਲੜਾਂਗਾ। ਉਹ ਫਿਰ ਜਿਸ ਵੇਲੇ ਆਸ਼ੀਰਵਾਦ ਲੈ ਕੇ ਗੁਰੂ ਸਾਹਿਬ ਤੋਂ, ਤੇ ਉਹਨੇ ਫਿਰ ਇਹ ਜਿਹੜਾ ਬਾਬਾ ਹਰਦਾਸ ਜੀ ਦਾ ਬਣਾਇਆ ਹੋਇਆ ਬਰਛਾ ਸੀ, ਨਾਗਣੀ ਬਰਛਾ, ਇਹ ਲੈ ਕੇ ਤੇ ਉਹਨੇ ਜਿਉਂ ਹੀ ਜਾ ਕੇ ਹਾਥੀ ਦੇ ਮੱਥੇ ਦੇ ਵਿੱਚ ਮਾਰਿਆ, ਉਹ 4-4 ਲੋਹੇ ਦੀਆਂ ਪਲੇਟਾਂ, ਤਵੀਆਂ, ਢਾਲਾਂ ਜਿਹੜੀਆਂ ਬੰਨੀਆਂ ਹੋਈਆਂ ਸੀ ਉਹਨਾਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ 'ਚ ਵੜ ਗਿਆ। ਕਿਉਂਕਿ ਹਾਥੀ ਜਦੋਂ ਵੀ ਮਰਦਾ ਹੈ ਉਹਦੇ ਮੱਥੇ 'ਚ ਜਦੋਂ ਕੋਈ ਜ਼ਖਮ ਵੱਜਦਾ ਹੈ ਉਦੋਂ ਹੀ ਮਰਦਾ, ਉਹਦੀ ਛੇਤੀ ਉਹਦੀ ਜਾਨ ਨਹੀਂ ਨਿਕਲਦੀ। ਤੇ ਜਿਸਲੇ ਉਹ ਬਰਛਾ ਮਾਰ ਕੇ, ਉਹਦੀ ਬਹਾਦਰੀ ਦੇਖੋ, ਬਰਛਾ ਉਹਨੇ ਵਾਪਸ ਖਿੱਚਿਆ। ਉਹ ਜਿਉਂ ਹੀ ਬਰਛਾ ਉਹਦੇ ਮੱਥੇ 'ਚੋਂ ਵਾਪਸ ਖਿੱਚਿਆ ਤੇ ਖੂਨ ਦਾ ਫੁਹਾਰਾ ਚੱਲ ਪਿਆ। ਤੇ ਹਾਥੀ ਇੰਨਾ ਘਬਰਾ ਗਿਆ ਤਕਲੀਫ ਦੇ ਵਿੱਚ ਔਰ ਡਰ ਗਿਆ ਕਿ ਉਹ ਵਾਪਸ ਪਿੱਛੇ ਨੂੰ ਮੁੜਦਾ, ਆਪਣੀ ਹੀ ਫੌਜ ਨੂੰ ਰੌਂਦਦਾ ਹੋਇਆ, ਲਤਾੜਦਾ, ਮੁਗਲਾਂ ਨੂੰ ਮਾਰਦਾ ਹੋਇਆ, ਪਹਾੜੀ ਰਾਜਿਆਂ ਨੂੰ ਲਤਾੜਦਾ ਹੋਇਆ ਉਹ ਵਾਪਸ ਭੱਜ ਗਿਆ। ਤੇ ਉਹ ਦੇਖ ਕੇ ਸਾਰਾ ਸੀਨ, ਉਹ ਰਾਜੇ ਬਹੁਤ ਘਬਰਾ ਗਈ ਫੌਜ ਉਹਨਾਂ ਦੀ, ਔਰ ਸਭ ਭੱਜ ਗਏ। ਉੱਥੇ ਫਿਰ ਇਹ ਖਾਲਸੇ ਦੀ ਜਿੱਤ ਹੋਈ। ਤੇ ਇਹੋ ਜਿਹੇ ਹਥਿਆਰ ਜਿਹੜੇ ਆ ਉਹ ਬਾਬਾ ਹਰਦਾਸ ਜੀ ਜਿਹੜੇ ਹੈ ਉਹ ਤਿਆਰ ਕਰਦੇ ਸੀ, ਜੋ ਕਿ ਅੱਜ ਵੀ ਸਾਡੇ ਲਈ ਬੜੀ ਵੱਡੀ ਇੱਕ ਐਗਜ਼ਾਮਪਲ ਬਣੇ ਹੋਏ ਆ ਜੀ। ਅੱਛਾ ਗੁਰਦੇਵ ਸਿੰਘ ਜੀ, ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਬੜਾ ਸੰਘਰਸ਼ਪੂਰਨ ਰਿਹਾ ਜੀ। ਕਹਿੰਦੇ ਆ ਉਹਨਾਂ ਨੇ ਆਪਣੇ 42 ਸਾਲ ਦੇ ਜੀਵਨ ਕਾਲ ਦੇ ਵਿੱਚ ਕੋਈ ਤਕਰੀਬਨ 14 ਵੱਡੇ ਯੁੱਧ ਲੜੇ ਤੇ ਛੋਟੇ-ਛੋਟੇ ਕਈ ਯੁੱਧ ਉਹਨਾਂ ਨੇ ਛੋਟੇ ਬਹੁਤ ਸੀ। ਔਰ ਜਿਵੇਂ ਬਾਬਾ ਹਰਦਾਸ ਜੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਾਫੀ ਚਹੀਤੇ ਸੀ, ਕਾਫੀ ਕਰੀਬੀ ਸੀ, ਤੇ ਕੋਈ ਐਸੇ ਯੁੱਧ ਵੀ ਹੈਗੇ ਜਿਹਦੇ ਵਿੱਚ ਸ਼ਸਤਰ ਬਣਾਉਣ ਦੇ ਇਲਾਵਾ ਸ਼ਸਤਰ ਚਲਾਉਣ ਦਾ ਕਲਾ ਦਾ ਵੀ ਕੋਈ ਮੁਜ਼ਾਹਰਾ ਕੀਤਾ ਹੋਏ ਬਾਬਾ ਹਰਦਾਸ ਜੀ ਨੇ? ਇਸ ਤਰ੍ਹਾਂ ਹੈ ਕਿ ਸ਼ਸਤਰ ਬਣਾਉਣ ਵਾਲੇ ਬੰਦੇ ਨੂੰ ਸ਼ਸਤਰ ਚਲਾਉਣ ਦਾ ਤਜਰਬਾ ਤੇ ਹੁੰਦਾ ਹੀ ਹੈ ਜੀ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਕਿ ਜਿੰਨਾ ਚਿਰ ਵੀ ਬਾਬਾ ਹਰਦਾਸ ਜੀ ਅਨੰਦਪੁਰ ਸਾਹਿਬ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਜੀ ਜੀ, ਤੇ ਜਿੰਨੇ ਵੀ ਮੁਗਲਾਂ ਔਰ ਪਹਾੜੀ ਰਾਜਿਆਂ ਨੇ ਆਪਣੀ ਈਰਖਾ ਵਜੋਂ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਜਿਹੜੇ ਜਿੰਨੀਆਂ ਵੀ ਜੰਗਾਂ ਉੱਥੇ ਹੋਈਆਂ, ਹਾਂਜੀ ਹਾਂਜੀ, ਉਹਨਾਂ ਤਕਰੀਬਨ ਸਾਰੀਆਂ ਜੰਗਾਂ ਦੇ ਵਿੱਚ ਬਾਬਾ ਹਰਦਾਸ ਜੀ ਨੇ ਵੱਧ ਚੜ ਕੇ ਹਿੱਸਾ ਲਿਆ। ਹਾਂਜੀ, ਔਰ ਐਸੇ ਤਲਵਾਰ ਦੇ ਜ਼ੋਰ ਦਿਖਾਏ ਕਿ ਕਈ ਜੰਗਾਂ ਦੇ ਵਿੱਚ ਤੇ ਇਹਨਾਂ ਨੇ ਸਿੱਖ ਫੌਜ ਦੀ ਅਗਵਾਈ ਵੀ ਕੀਤੀ ਹੈ ਜੀ। ਉਸ ਤੋਂ ਬਾਅਦ ਹੋਰ ਵੀ ਬਾਹਰ ਅਨੰਦਪੁਰ ਸਾਹਿਬ ਤੋਂ ਵੀ ਜੋ ਵੀ ਕੋਈ ਜੰਗ ਯੁੱਧ ਹੋਏ ਆ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਹਿੱਸਾ ਪਾਇਆ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਹਨਾਂ ਨੂੰ ਖੁਸ਼ ਹੋ ਕੇ ਤੇ ਆਸ਼ੀਰਵਾਦ ਵੀ ਦਿੱਤਾ ਸੀ ਜੀ, ਜਿਸ ਦਾ ਕਿ ਗਿਆਨੀ ਗਿਆਨ ਸਿੰਘ ਜੀ ਆਪਣੇ ਗ੍ਰੰਥ ਪੰਥ ਪ੍ਰਕਾਸ਼ ਦੇ ਵਿੱਚ 1172 ਪੇਜ ਦੇ ਉੱਤੇ ਉਹ ਜ਼ਿਕਰ ਕਰਦੇ ਆ ਕਿ ਇਨਕੋ ਬੜੋ ਸਿੰਘ ਹਰਦਾਸ ਰਹਿਓ ਗੁਰੂ ਗੋਬਿੰਦ ਸਿੰਘ ਪਾਸ, ਤਨ ਮਨ ਧਨ ਕਰ ਸੇਵ ਕਮਾਈ, ਗੁਰ ਬਰ ਦੀਨੋ ਰਾਜ ਲਬਾਈ। ਗੁਰੂ ਸਾਹਿਬ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਮੈਂ ਤੁਹਾਡੀ ਘਾਲਣਾ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰਾਜ ਕਰਨਗੀਆਂ, ਮਹਾਰਾਜਾ ਤੱਕ ਦੀ ਪਦਵੀ ਤੱਕ, ਰਾਜਿਆਂ ਦੀ ਪਦਵੀ ਤੱਕ ਜਾਣਗੀਆਂ ਜੀ, ਜਿਹਦੀ ਐਗਜ਼ਾਮਪਲ ਸਾਡੇ ਕੋਲ
ਮਹਾਰਾਜਾ ਜੱਸਾ ਸਿੰਘ, ਇਹਨਾਂ ਦੇ ਪੋਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਾਡੇ ਕੋਲ ਹੈਗੇ ਆ ਜੀ। ਇੱਕ ਜਗ੍ਹਾ ਹੋਰ ਗਿਆਨੀ ਗਿਆਨ ਸਿੰਘ ਜੀ ਆਪਣੇ ਪੰਥ ਪ੍ਰਕਾਸ਼ 'ਚ ਲਿਖਦੇ ਆ, ਸਿੰਘ ਰਾਮਗੜੀਏ ਹੁਤੇ ਜਾਤੀ ਕੇ ਤਰਖਾਣ, 10ਵੇਂ ਗੁਰ ਕੇ ਢਿਗ ਰਹੇ, ਪਿਤ ਸੁਤ ਹਿਤ ਕਲਿਆਣ। ਯਾਨੀ ਗਿਆਨੀ ਗਿਆਨ ਸਿੰਘ ਨੇ ਇਹਨਾਂ ਬਾਰੇ ਬਹੁਤ ਕੁਝ ਜ਼ਿਕਰ ਕੀਤਾ ਹੈ ਆਪਣੇ ਉਸ ਗ੍ਰੰਥ ਦੇ ਵਿੱਚ। ਤੇ ਅਨੰਦਪੁਰ ਸਾਹਿਬ ਦੀ ਜਿਹੜੀ ਆਖਰੀ ਲੜਾਈ ਹੋਈ ਹੈ ਜੀ, ਉਹ 1704 ਦੇ ਵਿੱਚ ਹੋਈ ਹੈ ਜੀ। 20 ਤੇ 21 ਦਸੰਬਰ 1704 ਦੇ ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਜੀ। ਤੇ ਜਿਸ ਲਈ ਉਹ ਪਰਿਵਾਰ ਵਿਛੋੜਾ ਹੋ ਗਿਆ ਤੇ ਉਹ ਫਿਰ ਇੱਧਰ ਨੂੰ ਮਾਝੇ ਔਰ ਇੱਧਰ ਨੂੰ ਮਾਲਵੇ ਵੱਲ ਨੂੰ, ਰਾਜਸਥਾਨ ਵੱਲ ਨੂੰ ਨਿਕਲੇ ਹੈ। ਤੇ ਉਸ ਵੇਲੇ ਫਿਰ ਇਹ ਬਾਬਾ ਹਰਦਾਸ ਜੀ ਆਪਣੇ ਪੁੱਤਰ ਭਗਵਾਨ ਸਿੰਘ ਤੇ ਹੋਰ ਪਰਿਵਾਰ ਦੇ ਜੋ ਵੀ ਉੱਥੇ ਜੀ ਇਹਨਾਂ ਦੇ ਨਾਲ ਸੀਗੇ, ਉਹਨਾਂ ਨੂੰ ਨਾਲ ਲੈ ਕੇ ਤੇ ਕਾਫੀ ਉਦਾਸ ਹਿਰਦੇ ਦੇ ਨਾਲ ਜੀ ਫਿਰ ਇਹ ਵਾਪਸ ਆਪਣੇ ਪਿੰਡ ਸੁਰ ਸਿੰਘ ਆ ਜਾਂਦੇ ਆ ਜੀ। 2 ਸਾਲ ਬਾਅਦ ਤਕਰੀਬਨ ਜਾਂ ਸਾਲ ਬਾਅਦ ਹੀ ਜਾਂ ਬਹੁਤ ਛੇਤੀ ਬਾਅਦ ਕਹਿ ਲਓ, ਇਹਨਾਂ ਨੂੰ ਪਤਾ ਲੱਗਦਾ ਹੈ ਕਿ ਬਈ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਦੇ ਵਿੱਚ ਅੱਜ ਕੱਲ੍ਹ ਰਹਿ ਰਹੇ ਆ ਕੇ ਇਹ ਫਿਰ ਆਪਣੇ ਲੜਕੇ ਭਗਵਾਨ ਸਿੰਘ ਨੂੰ ਨਾਲ ਲੈ ਕੇ, ਕਿਉਂਕਿ ਉਹ ਗੁਰੂ ਪ੍ਰੇਮ ਤਾਂ ਇਹਨਾਂ ਦੇ ਰੋਮ ਰੋਮ ਦੇ ਵਿੱਚ ਰਚਿਆ ਹੋਇਆ ਸੀ, ਤੇ ਇਹ ਵਾਪਸ ਇੱਥੇ ਪਹੁੰਚ ਜਾਂਦੇ ਆ ਸਾਬੋ ਕੀ ਤਲਵੰਡੀ, ਫਿਰ ਗੁਰੂ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਆ। ਤੇ ਉੱਥੋਂ ਹੀ ਬੈਠ ਕੇ ਗੁਰੂ ਸਾਹਿਬ ਨੇ, ਜਿਹਨੂੰ ਦੀਨਾ ਕਾਂਗੜ ਕਹਿੰਦੇ ਆ ਪਿੰਡ, ਉੱਥੋਂ ਜ਼ਫਰਨਾਮਾ ਇੱਕ ਲਿਖਿਆ ਸੀਗਾ ਔਰੰਗਜ਼ੇਬ ਨੂੰ 1706 ਦੇ ਵਿੱਚ। ਉਹ ਜਿਸ ਵੇਲੇ ਬਹੁਤ ਟਾਈਮ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹਦਾ ਕੋਈ ਜਵਾਬ ਨਹੀਂ ਆਇਆ, ਤੇ ਗੁਰੂ ਸਾਹਿਬ ਨੇ ਮਨ ਬਣਾ ਲਿਆ ਕਿ ਹੁਣ ਅਸੀਂ ਆਪ ਦੱਖਣ ਵੱਲ ਨੂੰ ਚੱਲਦੇ ਹਾਂ, ਕਿਉਂਕਿ ਪਤਾ ਲੱਗਾ ਸੀ ਕਿ ਬਾਦਸ਼ਾਹ ਦੱਖਣ ਵੱਲ ਹੈਗਾ ਤੇ ਅਸੀਂ ਦੱਖਣ ਵੱਲ ਨੂੰ ਚੱਲਦੇ ਹਾਂ। ਉਹ ਜਿਸ ਵੇਲੇ ਫਿਰ ਦੱਖਣ ਵੱਲ ਨੂੰ ਉਹਨਾਂ ਨੇ ਚਾਲੇ ਪਾਏ 1706 ਦੇ ਨੇੜੇ ਤੇੜੇ, ਤੇ ਉਸ ਵੇਲੇ ਫਿਰ ਬਾਬਾ ਹਰਦਾਸ ਜੀ ਤੇ ਵਾਪਸ ਪਿੰਡ ਸੁਰ ਸਿੰਘ ਆ ਗਏ ਜੀ। ਲੇਕਿਨ ਜਿਹੜਾ ਇਹਨਾਂ ਦੇ ਲੜਕੇ ਸੀ ਗਿਆਨੀ ਭਗਵਾਨ ਸਿੰਘ, ਉਹ ਗੁਰੂ ਸਾਹਿਬ ਦੇ ਨਾਲ ਹੀ ਦੱਖਣ ਵੱਲ ਨੂੰ ਚਲੇ ਗਏ। ਉਹ ਵਾਪਸ ਪਿੰਡ ਨਹੀਂ, ਕਿਉਂਕਿ ਕਹਿੰਦੇ ਮੇਰਾ ਨਹੀਂ ਮਨ ਮੰਨਦਾ ਜੀ। ਤੇ ਉਹ ਦੱਖਣ ਦਾ ਫਿਰ ਉਹ ਸਾਰਾ ਵਾਕਿਆ ਜੋ ਹੋਇਆ, ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਆਪਣੇ ਉੱਥੇ ਸਰੀਰ ਤਿਆਗਿਆ ਤੇ ਬੰਦਾ ਸਿੰਘ ਬਹਾਦਰ ਨੂੰ 1708 ਦੇ ਵਿੱਚ ਉੱਥੋਂ ਭੇਜ ਦਿੱਤਾ ਪੰਜਾਬ ਵੱਲ। ਤੇ ਉਸ ਵੇਲੇ ਗਿਆਨੀ ਭਗਵਾਨ ਸਿੰਘ ਜਿਹੜੇ ਸੀ ਉਹ ਇਹਨਾਂ ਦੇ ਨਾਲ ਹੀ ਬੰਦਾ ਬਹਾਦਰ ਦੇ ਫਿਰ ਵਾਪਸ ਪੰਜਾਬ ਵੱਲ ਆ ਗਏ। ਤੇ ਉਧਰੋਂ ਉਹਨਾਂ ਨੇ ਸਾਰੇ ਪਾਸੇ ਹੁਕਮਨਾਮੇ ਭੇਜ ਦਿੱਤੇ, ਚਿੱਠੀਆਂ ਭੇਜ ਦਿੱਤੀਆਂ ਕਿ ਵੀ ਬੰਦਾ ਸਿੰਘ ਬਹਾਦਰ ਆ ਰਿਹਾ, ਬੰਦਾ ਬਹਾਦਰ ਇੱਧਰ ਪੰਜਾਬ ਵੱਲ ਨੂੰ, ਤੇ ਉਹਦੀ ਡਿਊਟੀ ਉਹਨੂੰ ਇੱਕ ਪੂਰਾ ਜਥਾ ਦਿੱਤਾ ਸੀ। ਹੁਣ ਕਈ ਇਤਿਹਾਸਕਾਰਾਂ ਨੇ ਲਿਖਿਆ 25 ਬੰਦੇ ਦਿੱਤੇ, ਕੋਈ ਕਹਿੰਦਾ 100 ਬੰਦਾ ਦਿੱਤਾ ਨਾਲ, ਸਿਰ ਲੱਥ ਯੋਧੇ ਉਹਨਾਂ ਦੇ ਨਾਲ, ਤੇ 5 ਤੀਰ ਤੇ ਥਾਪੜਾ ਦੇ ਕੇ ਗੁਰੂ ਸਾਹਿਬ ਨੇ ਉਹਨੂੰ ਇੱਧਰ ਪੰਜਾਬ ਵੱਲ ਤੋਰਿਆ ਸੀ। ਤੇ ਉਹ ਫਿਰ ਜਦੋਂ ਹੁਕਮਨਾਮੇ ਮਿਲੇ ਆ ਤੇ ਉਦੋਂ ਫਿਰ ਜਿਹੜੇ ਬਾਬਾ ਹਰਦਾਸ ਜੀ ਸੀ, ਇਹਨਾਂ ਨੇ ਫਿਰ ਪੂਰੇ ਮਾਝੇ ਦੇ ਏਰੀਏ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸੁਨੇਹੇ ਭੇਜ ਕੇ ਤਾਂ ਜਿੰਨੇ ਉਸ ਵੇਲੇ ਦੇ ਯੁਵਕ ਯੋਧਾ ਬਹਾਦਰ ਲੜਾਕੇ ਸਿੰਘ ਸੀਗੇ ਜਿਹੜੇ ਲੜ ਸਕਦੇ ਸੀ ਬਹਾਦਰੀ ਨਾਲ, ਉਹ ਸਾਰਿਆਂ ਦਾ ਇੱਕ ਜਥਾ ਇਕੱਠਾ ਕਰਕੇ ਤਾਂ ਇਹ ਵੀ ਫਿਰ ਵਾਪਸ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਚੱਲ ਪਏ। ਅੱਛਾ ਸਿੰਘ ਸਾਹਿਬ, ਸਾਨੂੰ ਕੁਝ ਹੁਣ ਬਾਬਾ ਹਰਦਾਸ ਜੀ ਦੀ ਸ਼ਹਾਦਤ ਬਾਰੇ ਚਾਨਣ ਪਾਓ ਕਿ ਉਹਨਾਂ ਨੂੰ ਸ਼ਹਾਦਤ ਕਿਵੇਂ ਪ੍ਰਾਪਤ ਹੋਈ, ਕਿਸ ਯੁੱਧ ਦੇ ਵਿੱਚ ਲੜਦਿਆਂ ਉਹਨਾਂ ਨੂੰ ਸ਼ਹਾਦਤ ਮਿਲੀ, ਤੇ ਉਹ ਕਿਹੜੀ ਜਗ੍ਹਾ ਸੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ? ਇਸ ਤਰ੍ਹਾਂ ਹੈ ਜੀ ਕਿ ਜੋ ਹੀ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਚਾਲੇ ਪਾਏ ਹੈ ਜੀ, ਤੇ ਇੱਧਰ ਸਭ ਤੋਂ ਪਹਿਲਾਂ ਜਿਹੜਾ ਹੈ ਉਹਨੇ ਸਮਾਣਾ ਸ਼ਹਿਰ ਦੇ ਉੱਤੇ ਹਮਲਾ ਕੀਤਾ, ਫਿਰ ਆਲੇ ਦੁਆਲੇ ਦੇ ਕੁੜਾਮ ਹੋਰ ਕਿੰਨੇ ਏਰੀਏ ਸੀ ਉਹਨਾਂ ਨੂੰ ਜਿੱਤਦਾ ਹੋਇਆ ਜੀ। ਫਿਰ ਮੇਨ ਉਹਨਾਂ ਦਾ ਮਕਸਦ ਸੀ ਸਰਹੰਦ ਦੇ ਉੱਤੇ ਹਮਲਾ ਕਰਨ ਦਾ, ਤੇ ਉਹ ਇਹ ਸਾਰੇ ਪੰਜਾਬ ਦੇ ਉੱਤੇ ਮਤਲਬ ਉਹ ਬੜਾ ਬੰਦਾ ਸਿੰਘ ਬਹਾਦਰ ਦਾ ਫਿਰ ਇੱਕ ਅਲੱਗ ਆਪਾਂ ਚੈਪਟਰ ਰੱਖਾਂਗੇ। ਤੇ
ਉਧਰੋਂ ਉਹ ਮਾਝੇ ਦੇ ਜਿੰਨੇ ਵੀ ਬੰਦੇ ਸੀ ਉਹ ਬਾਬਾ ਹਰਦਾਸ ਜੀ ਉਹਨਾਂ ਦਾ ਜਥਾ ਨਾਲ ਲੈ ਕੇ ਤੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਔਰ ਤਕਰੀਬਨ ਪੰਜਾਬ ਦੇ ਵਿੱਚ ਕਾਫੀ ਉਹਨਾਂ ਨੇ ਇਲਾਕੇ ਜਿਹੜੇ ਹੈ ਉਹ ਜਿੱਤਣੇ ਸ਼ੁਰੂ ਕਰ ਦਿੱਤੇ ਖਾਲਸਾ ਫੌਜਾਂ ਨੇ। ਲੇਕਿਨ 1710 ਦੇ ਨੇੜੇ ਤੇੜੇ ਪਹੁੰਚਦੇ ਜਿਹੜਾ ਮੁਖਲਿਸਗੜ੍ਹ ਕਿਲਾ ਬਣਾਇਆ ਸੀ ਜੀ ਬੰਦਾ ਸਿੰਘ ਬਹਾਦਰ ਨੇ ਜੀ, ਉਸ ਇਲਾਕੇ ਦੇ ਵਿੱਚ ਉਸ ਵੇਲੇ ਬੰਦਾ ਸਿੰਘ ਬਹਾਦਰ ਤੇ ਉਸ ਇਲਾਕੇ 'ਚ ਸੀ ਉਹਨਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀਗੀ। ਬਹੁਤ ਹਿੰਦੂ ਵੀ ਮੁਸਲਮਾਨ ਵੀ ਉਹਨਾਂ ਤੋਂ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਇੰਨੀਆਂ ਛੂਟ ਦੇ ਦਿੱਤੀਆਂ, ਲੋਕਾਂ ਦੀ ਗੁਲਾਮੀ ਖਤਮ ਕਰ ਦਿੱਤੀ ਤੇ ਉਹ ਸਿੱਖਾਂ ਤੋਂ ਇੰਨੇ ਪ੍ਰਭਾਵਿਤ ਸੀ। ਇਹਨਾਂ ਦਾ ਆਚਰਣ ਇੰਨਾ ਅੱਛਾ ਹੁੰਦਾ ਸੀ ਕਿ ਵੀ ਕਿਸੇ ਦੀ ਧੀ ਭੈਣ ਨੂੰ ਨਹੀਂ ਕੁਝ ਕਹਿਣਾ, ਕਿਸੇ ਨੂੰ ਬਗੈਰ ਕਸੂਰ ਦੇ ਕੋਈ ਦੁੱਖ ਨਹੀਂ ਦੇਣਾ ਜੀ ਜੀ ਜੀ। ਤੇ ਇਸ ਕਰਕੇ ਲੋਕੀ ਸਿੱਖ ਬਣਨੇ ਸ਼ੁਰੂ ਹੋ ਗਏ ਸੀ, ਬਹੁਤ ਜ਼ਿਆਦਾ ਇੰਨਾ ਪ੍ਰਭਾਵ ਪਿਆ ਸੀ ਬੰਦਾ ਸਿੰਘ ਬਹਾਦਰ ਦਾ। ਤੇ ਉਸ ਵੇਲੇ ਫਿਰ ਉਹ ਤੇ ਇਸ ਇਲਾਕੇ ਦੇ ਸਹਾਰਨਪੁਰ ਔਰ ਮੁਖਲਿਸਗੜ੍ਹ ਔਰ ਇਸ ਇਲਾਕੇ ਦੇ ਵਿੱਚ ਸੀਗੇ ਬੰਦਾ ਸਿੰਘ ਬਹਾਦਰ ਜੀ। ਲੇਕਿਨ ਉਧਰ ਜਿਹੜੇ ਪੰਜਾਬ ਦੇ ਵਿੱਚ ਦੁਆਬੇ ਦੇ ਏਰੀਏ ਦੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਸਿੱਖਾਂ ਦੇ ਕਾਫੀ ਜਥੇ ਜਿਹੜੇ ਹੈ ਉਹ ਇਕੱਠੇ ਹੋ ਰਹੇ ਸੀ ਕਿ ਇਹਨਾਂ ਦਾ ਮੁਗਲਾਂ ਦਾ ਹੁਣ ਜੜ ਤੋਂ ਸਫਾਇਆ, ਕਿਉਂਕਿ ਇਸ ਦੇ ਨਾਲ ਸਰਹੰਦ ਫਤਿਹ ਦੇ ਨਾਲ ਇਹਨਾਂ ਦੇ ਹੌਸਲੇ ਵੱਧ ਗਏ ਸੀ ਸਿੱਖਾਂ ਦੇ। ਤੇ ਉਸ ਟਾਈਮ ਤੇ 1710 ਦੀ ਅਗਰ ਆਪਾਂ ਗੱਲ ਕਰੀਏ ਤੇ ਦੁਆਬੇ ਦੇ ਏਰੀਏ ਦਾ ਫੌਜਦਾਰ ਹੁੰਦਾ ਸੀ ਸ਼ਮਸ ਖਾਨ ਖੇਸ਼ਗੀ ਜੀ, ਜਿਹਦਾ ਕਿ ਹੈੱਡਕੁਆਟਰ ਜਿਹੜਾ ਹੈ ਉਹ ਸੁਲਤਾਨਪੁਰ ਲੋਧੀ ਹੁੰਦਾ ਸੀ। ਉਹਨੂੰ ਜਿਸ ਵੇਲੇ ਪਤਾ ਲੱਗਾ ਕਿ ਬਈ ਸਿੱਖ ਜਿਹੜੇ ਹੈਗੇ ਆ ਉਹ ਜਗ੍ਹਾ ਜਗ੍ਹਾ ਜਿੱਥੇ ਦਿਲ ਕਰਦਾ ਉਹ ਇਲਾਕਾ ਜਿਹੜਾ ਹੈਗਾ ਉਹ ਜਿੱਤ ਲੈਂਦੇ ਆ, ਲੋਕਾਂ ਨੂੰ ਸੁਨੇਹੇ ਭੇਜ ਦਿੰਦੇ ਆ, ਜਿਹੜੇ ਉੱਦਾਂ ਅਧੀਨ ਹੋ ਜਾਂਦੇ ਆ ਉਹਨਾਂ ਨੂੰ ਨਜ਼ਰਾਨਾ ਦੇਣਾ ਮੰਨ ਜਾਂਦੇ ਆ, ਉਹ ਨਹੀਂ ਆ ਤੇ ਉਹ ਲੜਾਈ 'ਚ ਉਹਨਾਂ ਨੂੰ ਹਰਾ ਕੇ ਤੇ ਕਬਜ਼ੇ ਕਰੀ ਜਾਂਦੇ ਆ ਜੀ। ਤੇ ਉਹਨੂੰ ਕੁਝ ਸਮਝ ਨਹੀਂ ਆਈ ਸੀ, ਬਹੁਤ ਚਲਾਕ ਬੰਦਾ ਹੈ ਸ਼ਮਸ ਖਾਨ ਖੋਸ਼ਗੀ ਜਿਹੜਾ ਸੀ। ਉਹਨਾਂ ਦੇ ਕੋਲ ਮੁਸਲਮਾਨਾਂ ਦੇ ਕੋਲ ਫਿਰ ਇੱਕੋ ਹੀ ਤਰੀਕਾ ਹੁੰਦਾ ਮੁਗਲਾਂ ਦੇ ਕੋਲ ਕਿ ਬਈ ਹੈਦਰੀ ਝੰਡਾ ਲਹਿਰਾ ਦਿਓ ਤੇ ਬਈ ਇਸਲਾਮ ਖਤਰੇ 'ਚ ਹੈ ਜੀ। ਤੇ ਉਹ ਹੈਦਰੀ ਝੰਡੇ ਦਾ ਬੜਾ ਉਹਨਾਂ ਦੇ ਬਹੁਤ ਇੱਕ ਅਹਿਮੀਅਤ ਰੱਖਦੀ ਹੈ ਚੀਜ਼ ਤੇ ਉਹਨੇ ਉਹ ਹੈਦਰੀ ਝੰਡਾ ਚਲਾਤਾ। ਉਹਦੇ ਨਾਲ ਕੀ ਹੋਇਆ ਕਿ ਜਿੰਨੇ ਵੀ ਕਿਸੇ ਵੀ ਜਾਤ ਦੇ ਹੋਣ ਉਹ ਮੁਸਲਮਾਨ ਤੇ ਨਾਲ ਕੁਝ ਜਿਹੜੇ ਖਾਲੀ ਲੁੱਟਣ ਪੱਟਣ ਵਾਸਤੇ ਆਉਂਦੇ ਆ ਉਹ ਕਰ ਕਰਾ ਕੇ ਉਹਨੇ ਘੱਟੋ ਘੱਟ ਕਈ ਇਤਿਹਾਸਕਾਰਾਂ ਨੇ ਤਾਂ ਲਿਖਿਆ ਉਹਨੇ 1 ਲੱਖ ਬੰਦਾ ਇਕੱਠਾ ਕਰ ਲਿਆ ਜੀ। ਕੁਝ ਇਤਿਹਾਸਕਾਰ ਲਿਖਦੇ ਆ ਕਿ ਉਹ ਕੋਈ 40-50 ਹਜ਼ਾਰ ਬੰਦਾ ਇਕੱਠਾ ਹੋਇਆ, ਪਰ ਜੋ ਵੀ ਸੀ ਉਹਨੇ ਸਾਰੇ ਇਕੱਠੇ ਕਰਕੇ ਤੇ ਉਹਨੂੰ ਸੀ ਕਿ ਮਾਛੀਵਾੜੇ ਤੋਂ ਸਤਲੁਜ ਦਰਿਆ ਕ੍ਰਾਸ ਕਰਕੇ ਤੇ ਸਿੱਖਾਂ ਨੇ ਆਉਣਾ ਹੈ ਤੇ ਮੈਂ ਅੱਗੇ ਉਹਨਾਂ ਨੂੰ ਘੇਰ ਲਾਂਗਾ ਤੇ ਉੱਥੇ ਇਹਨਾਂ ਦੇ ਨਾਲ ਲੜਾਈ ਕਰਾਂਗੇ। ਠੀਕ ਹੈ ਜੀ। ਲੇਕਿਨ ਸਿੱਖ ਵੀ ਉਸ ਵੇਲੇ ਜਿਹੜਾ ਹੈ ਉਹ ਕਾਫੀ ਜਥੇ ਇਕੱਠੇ ਹੋਏ ਸੀ, ਜਿਹੜੇ ਉਹ ਸਾਰੇ ਪਹਿਲਾਂ ਹੀ ਸਤਲੁਜ ਦਰਿਆ ਪਾਰ ਕਰਕੇ ਰਾਹੋਂ ਦੀ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਪਹੁੰਚ ਗਏ ਸੀ। ਰਾਹੋਂ ਦਾ ਕਿਲਾ ਵੀ ਮਸ਼ਹੂਰ ਹੈਗਾ ਔਰ ਅੱਜ ਤਾਂ ਉੱਥੇ ਕੁਝ ਨਹੀਂ, ਨਾਮ ਨਿਸ਼ਾਨ ਵੀ ਨਹੀਂ, ਤੇ ਰਾਹੋਂ ਦੀ ਲੜਾਈ ਜਿਹੜੀ ਹੈ ਉਹ ਬਹੁਤ ਮਸ਼ਹੂਰ ਹੈਗੀ ਹੈ ਜੀ। ਕੁਝ ਇਤਿਹਾਸਕਾਰਾਂ ਨੇ ਤੇ ਲਿਖਿਆ ਉਹ ਲੜਾਈ 11 ਤੇ 12 ਅਕਤੂਬਰ ਦੀ ਸੀ ਜੀ। ਡਾਕਟਰ ਗੰਡਾ ਸਿੰਘ ਨੇ ਆਪਣੀਆਂ ਹੀ 2 ਕਿਤਾਬਾਂ ਦੇ ਵਿੱਚ ਡਿਫਰੈਂਟ ਡੇਟਸ ਦਿੱਤੀਆਂ। ਇੱਕ ਜਿਹੜੀ ਇੰਗਲਿਸ਼ ਦੇ ਵਿੱਚ ਉਹਨਾਂ ਨੇ ਬੰਦਾ ਬਹਾਦਰ ਸਿੰਘ ਦੀ ਕਿਤਾਬ ਲਿਖੀ ਹੈ, ਉਹਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਬਈ ਉਹ 1 ਤੇ 2 ਅਕਤੂਬਰ ਨੂੰ 11 ਤੇ 12 ਅਕਤੂਬਰ ਨੂੰ ਹੋਈ, ਲੇਕਿਨ ਜਿਹੜੀ ਪੰਜਾਬੀ ਦੇ ਵਿੱਚ ਲਿਖੀ ਹੈ ਉਸ ਤੋਂ 30-35 ਸਾਲ ਬਾਅਦ ਉਹਦੇ 'ਚੋਂ ਕਹਿੰਦੇ ਆ ਜੀ ਸਾਨੂੰ ਹੋਰ ਦਸਤਾਵੇਜ਼ ਮਿਲੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਇਹ ਲਿਖ ਰਹੇ, ਉਹਦੇ 'ਚ 1 ਤੇ 2 ਅਕਤੂਬਰ ਲਿਖਦੇ ਆ 1710। ਬਟ ਉਸ ਰਾਹੋਂ ਦੀ ਲੜਾਈ ਦੇ ਵਿੱਚ ਜਿਹੜਾ ਹੈ ਉਹ ਮੁਕਾਬਲਾ ਹੁੰਦਾ ਹੈ ਫਿਰ ਸ਼ਮਸਦੀਨ ਖੋਸ਼ਗੀ ਤੇ ਸਿੱਖਾਂ ਦੇ ਵਿੱਚ। ਸਿੱਖਾਂ ਦੀ ਖਾਸੀਅਤ ਸੀ ਜਿਹਨੂੰ ਨੂਰ ਮੁਹੰਮਦ ਨੇ ਜੰਗਨਾਮੇ ਦੇ ਵਿੱਚ ਇੱਕ ਚੇਤਾਵਨੀ ਦੇ ਤੌਰ ਤੇ ਮੁਗਲਾਂ ਨੂੰ, ਅਫਗਾਨੀਆਂ ਨੂੰ ਇਹ ਗੱਲ ਦੱਸੀ ਸੀ ਕਿ ਸਿੱਖ ਜਦੋਂ ਮੈਦਾਨ ਤੋਂ ਬਾਹਰ ਚਲੇ ਜਾਂਦੇ ਤੇ ਇਹ ਨਾ ਸਮਝਣਾ ਕਿ ਉਹ ਹਾਰ ਗਏ ਆ ਜੀ। ਇਹ ਉਹਨਾਂ ਦੀ ਰਣਨੀਤੀ ਹੈ ਜੀ। ਔਰ ਉਹੀ ਗੱਲ ਹੋਈ ਕਿ ਇੱਥੇ ਸਿੱਖਾਂ ਦੀ ਫੌਜ ਥੋੜੀ ਸੀ ਰਾਹੋਂ ਦੀ ਲੜਾਈ 'ਚ ਤੇ ਮੁਗਲਾਂ ਦੀ ਫੌਜ ਜ਼ਿਆਦਾ ਸੀ ਜੀ। ਸਿੱਖਾਂ ਨੇ ਉੱਥੇ ਦੇ ਆਲੇ ਦੁਆਲੇ ਲਾਗੇ ਛਾਗੇ ਦੇ ਭੱਠਿਆਂ ਦੇ ਵਿੱਚ ਤੇ ਹੋਰ ਇੱਧਰ ਉੱਧਰ ਡੇਰੇ ਲਾਏ ਹੋਏ ਸੀ, ਗੁਰੀਲਾ ਯੁੱਧ ਲੜ ਰਹੇ ਸੀ, ਲੇਕਿਨ ਕੋਈ ਜ਼ੋਰ ਨਹੀਂ ਸੀ ਪੈ ਰਿਹਾ ਸਿੱਖ ਖਾਲਸੇ ਦਾ। ਉਹਨਾਂ ਨੇ ਸਕੀਮ ਬਣਾਈ ਤੇ ਉਹ ਕਿਲੇ ਦੇ ਵਿੱਚ ਵੜ ਗਏ ਜੀ। ਕਿਲੇ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਉਹਦੇ ਬੰਦੇ ਸਾਰੇ ਸ਼ਮਸਗਾਨ ਤੀਨ ਦੇ ਜਿਹੜੇ ਖੋਸ਼ਗੀ ਦੇ ਬੰਦੇ ਸੀ ਉਹਨਾਂ ਨੂੰ ਮਾਰ ਮੁਕਾ ਦਿੱਤਾ ਤੇ ਕਬਜ਼ਾ ਕਰ ਲਿਆ ਕਿਲੇ ਤੇ ਜੀ। ਮੁਗਲਾਂ ਨੇ ਆਲੇ ਦੁਆਲੇ ਘੇਰਾ ਪਾ ਲਿਆ। ਫਿਰ ਪ੍ਰੋਬਲਮ ਖੜੀ ਹੋ ਗਈ ਕਿ ਬੰਦੇ ਜ਼ਿਆਦਾ ਸੀ, ਕਿਲਾ ਛੋਟਾ ਸੀ
ਤੇ ਫਿਰ ਹਾਲਤ ਉਹੀ ਹੋ ਗਈ। ਤਾਂ ਸਿੱਖਾਂ ਨੇ ਆਪਣੀ, ਖਾਲਸੇ ਨੇ ਉਹ ਰਣਨੀਤੀ ਅਪਣਾਈ ਕਿ ਉਹ ਰਾਤ ਜਿਸ ਵੇਲੇ ਸਾਰੇ ਥੱਕ ਹਾਰ ਕੇ ਸੌਂ ਗਏ, ਉਹਨਾਂ ਨੇ ਕਿਲਾ ਖਾਲੀ ਕਰਤਾ ਜੀ। ਖਾਲੀ ਕਰਕੇ ਤੇ ਚਲੇ ਗਏ। ਅਗਲੇ ਦਿਨ ਜਦ ਸਵੇਰੇ ਸ਼ਮਸਦੀਨ ਖੋਸ਼ਗੀ ਨੂੰ ਖਬਰ ਮਿਲਦੀ ਹੈ, ਉਹ ਦੇਖਦੇ ਆ ਕਿ ਕਿਲਾ ਤੇ ਖਾਲੀ ਹੈ। ਬੜੇ ਆਰਾਮ ਨਾਲ ਉਹਨਾਂ ਨੇ ਕਬਜ਼ਾ ਕਰ ਲਿਆ ਮੁਗਲਾਂ ਨੇ ਉਸ ਕਿਲੇ ਤੇ ਜੀ। ਤੇ ਉਹ ਭੱਜਣ ਲੱਗੇ, ਦੇਖਿਆ ਕਿੱਧਰ ਨੂੰ ਗਏ, ਭਾਲ ਸ਼ੁਰੂ ਕੀਤੀ ਤੇ ਉਹਨਾਂ ਨੂੰ ਕੁਝ ਥੋੜੇ ਜਿਹੇ ਗੱਡੇ, ਉਹਦੇ ਉੱਤੇ ਥੋੜਾ ਸਮਾਨ ਜੰਗ ਦਾ, ਕੁਝ ਊਂਠ, ਜਦੋਂ ਥੋੜਾ ਇਦਾਂ ਦਾ ਸਮਾਨ ਹੱਥ ਆਇਆ ਤੇ ਸ਼ਮਸਦੀਨ ਨੇ ਇਹ ਸਮਝਿਆ ਕਿ ਵੀ ਸਿੱਖ ਹਾਰ ਖਾ ਕੇ ਤੇ ਭੱਜ ਗਏ। ਉਹ ਇੱਧਰ ਉੱਧਰ ਥੋੜੀ ਕੁ ਦੂਰ ਆਲੇ ਦੁਆਲੇ ਬੰਦੇ ਦੌੜਾਏ ਤੇ ਉਹ ਨਿਸ਼ਚਿੰਤ ਹੋ ਕੇ ਕਿ ਬਸ ਹੁਣ ਮੈਂ ਜਿੱਤ ਗਿਆ, ਖਾਲਸਾ ਭੱਜ ਗਿਆ, ਕੰਮ ਖਤਮ ਹੋ ਗਿਆ, ਉਹ ਵਾਪਸ ਆ ਗਿਆ ਸੁਲਤਾਨਪੁਰ ਲੋਧੀ ਜੀ। ਤੇ ਸਿੱਖ ਆਪਣੀ ਚਾਲ ਤੇ ਸੀ। ਉਹ ਕੋਈ 4-5 ਮੀਲ ਦੂਰ ਗਏ ਸੀ, ਜਿਸਲੇ ਉਹ ਫੌਜਾਂ ਇੱਥੋਂ ਨਿਕਲੀਆਂ, ਉਹਨਾਂ ਨੇ ਵਾਪਸ ਆ ਕੇ ਹੱਲਾ ਬੋਲਤਾ ਜੀ। ਉਹ ਮੁੜ ਕੇ ਕਿਲੇ ਤੇ ਕਬਜ਼ਾ ਕਰ ਲਿਆ ਜੀ। ਉਹ ਜਿਹੜਾ ਰਾਹੋਂ ਦਾ ਕਿਲਾ ਸੀ, ਉਹਦੇ ਤੇ ਮੈਂ ਕਾਫੀ ਖੋਜਬੀਨ ਕੀਤੀ ਹੈ। ਅੱਜ ਉੱਥੇ ਜਿਹੜਾ ਹੈਗਾ ਉਹ ਗਵਰਨਮੈਂਟ ਸਕੂਲ ਜਾਂ ਗਵਰਨਮੈਂਟ ਕਾਲਜ ਬਣਿਆ ਹੋਇਆ ਉਸ ਜਗ੍ਹਾ ਤੇ ਜਿੱਥੇ ਉਹ ਕਿਲਾ ਹੁੰਦਾ ਸੀ, ਰਾਹੋਂ ਦੇ ਅੰਦਰ। ਤੇ ਜਿਸ ਵੇਲੇ ਫਿਰ ਇਹ ਸ਼ਮਸਦੀਨ ਨੂੰ ਫਿਰ ਖਬਰਾਂ ਪਹੁੰਚ ਗਈਆਂ, ਹੁਣ ਇਧਰੋਂ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ, ਖਾਲਸਾ ਫੌਜ ਦੇ। ਇਹਨਾਂ ਨੇ ਆਲੇ ਦੁਆਲੇ ਦੀਆਂ ਜਿੰਨੇ ਜ਼ਗੀਰਦਾਰ ਸੀ, ਜਿੰਨੇ ਨਵਾਬ ਸੀ, ਸਭ ਨੂੰ ਚਿੱਠੀਆਂ ਪਾਤੀਆਂ ਕਿ ਜਾਂ ਤਾਂ ਸਾਡੀ ਅਧੀਨਗੀ ਮੰਨ ਲਓ ਜੀ ਤੇ ਸਾਨੂੰ ਨਜ਼ਰਾਨੇ ਦਿਓ, ਨਹੀਂ ਤੇ ਲੜਾਈ ਲਈ ਤਿਆਰ ਹੋ ਜਾਓ ਜੀ। ਸ਼ਮਸਦੀਨ ਨੂੰ ਵੀ ਚਿੱਠੀ ਪਾਤੀ। ਉਹ ਬੜਾ ਚਲਾਕ ਬੰਦਾ ਸੀ, ਉਹਨੇ ਵੀ ਆਪਣੀਆਂ ਫੌਜਾਂ ਦੇ ਦਸਤੇ ਕੋਈ ਇੱਧਰ ਤੇ ਕੋਈ ਇੱਧਰ ਤੇ ਉਸ ਸਭ ਪਾਸੇ ਭੇਜਣੇ ਸ਼ੁਰੂ ਕਰਤੇ। ਉਹਨਾਂ ਹੀ ਦੱਸਦਿਆਂ ਉਸ ਟਾਈਮ ਤੇ ਜਿਹੜਾ ਬਜਵਾੜਾ ਪਿੰਡ ਹੈ ਹੁਸ਼ਿਆਰਪੁਰ ਦੇ ਨਾਲ, ਉਸ ਵੇਲੇ ਹੁਸ਼ਿਆਰਪੁਰ ਦਾ ਨਾਂ ਇੰਨਾ ਮਸ਼ਹੂਰ ਨਹੀਂ ਸੀ, ਬਜਵਾੜੇ ਪਿੰਡ ਦਾ ਨਾਮ ਮਸ਼ਹੂਰ ਸੀ ਜੀ। ਬਜਵਾੜੇ ਦੀ ਕਮਾਨ ਜਿਹੜੀ ਸੀ ਉੱਥੇ ਦੀ ਜੀ, ਉਹ ਬਾਬਾ ਹਰਦਾਸ ਜੀ ਦੇ ਕੋਲ ਸੀ ਜੀ। ਔਰ ਇਹਨਾਂ ਦੇ ਲੜਕੇ ਭਗਵਾਨ ਸਿੰਘ ਦੇ ਕੋਲ ਸੀ। ਉਹ ਇਲਾਕੇ ਦੀ ਪੂਰੀ ਦੇਖ ਰੇਖ ਇਹ ਕਰ ਰਹੇ ਸੀ ਔਰ ਇਹਨਾਂ ਕੋਲ ਸਿਰਫ 2000 ਸਿਪਾਹੀ ਸੀ ਜੀ। ਔਰ ਬਜਵਾੜਾ ਉਹ ਪਿੰਡ ਹੈਗਾ ਜਿਹੜਾ ਕਿ ਬੈਜੂ ਬਾਵਰਾ ਦਾ ਵਸਾਇਆ ਹੋਇਆ ਹੈ ਔਰ ਮਾਤਾ ਸੁੰਦਰੀ ਜੀ ਦਾ ਜਨਮ ਸਥਾਨ ਹੈ ਉਹ ਜੀ। ਤੇ ਜਿਹੜੀ ਉਹਨਾਂ ਦੇ ਪਿਤਾ ਰਾਮ ਸਰਨ ਜੀ ਦੀ ਹਵੇਲੀ ਸੀ, ਉਹਨੂੰ ਐਜ਼ ਏ ਗੜੀ ਯੂਜ਼ ਕੀਤਾ ਜਾਂਦਾ ਸੀ ਜੀ। ਤੇ ਉਸ ਇਲਾਕੇ ਦੇ ਵਿੱਚ ਇਹਦਾ ਚਚੇਰਾ ਭਰਾ ਸ਼ਮਸਦੀਨ ਖੋਸ਼ਗੀ ਦਾ ਦਲੇਰ ਖਾਨ ਜੀ, ਅਯਾਪੁਰੀ ਉਹਨੂੰ ਸੱਦੇ ਹੈ ਜੀ, ਅਯਾਪੁਰ ਦਾ ਸੀ ਉਹ ਦਲੇਰ ਖਾਨ 10,000 ਫੌਜ ਦੇ ਨਾਲ ਉਸ ਇਲਾਕੇ ਦੇ ਵਿੱਚ ਚੱਲ ਰਿਹਾ ਸੀ। ਉਹਨੂੰ ਜਦੋਂ ਪਤਾ ਲੱਗਾ ਕਿ ਰਾਹੋਂ ਦੇ ਵਿੱਚ ਇਸ ਤਰ੍ਹਾਂ ਘਟਨਾ ਘਟ ਗਈ, ਉਹਨੇ ਬਜਵਾੜੇ ਦੇ ਉੱਤੇ ਪਤਾ ਲੱਗਾ ਵੀ ਇੱਥੇ ਵੀ ਇੱਕ ਛਾਉਣੀ ਹੈਗੀ ਆ ਸਿੱਖਾਂ ਦੀ, ਇੱਥੇ ਵੀ ਉਹ ਰਹਿੰਦੇ ਆ, ਉਹਨੇ ਉੱਥੇ ਹਮਲਾ ਕਰ ਦਿੱਤਾ। ਜਿੱਥੇ ਬਾਬਾ ਹਰਦਾਸ, ਜਿੱਥੇ ਬਾਬਾ, ਜਿਹੜਾ ਏਰੀਆ ਬਾਬਾ ਹਰਦਾਸ ਜੀ ਕੋਲ ਸੀ ਬਜਵਾੜੇ ਦਾ, ਉਹਨੇ ਬਜਵਾੜੇ ਤੇ ਚੜ੍ਹਾਈ ਕਰ ਦਿੱਤੀ। ਉੱਥੇ ਕਹਿੰਦੇ ਆ ਕਿ ਬਈ ਬਹੁਤ ਖਤਰਨਾਕ ਤਰੀਕੇ ਦੀ ਕਮਸਾਨ ਲੜਾਈ ਹੋਈ ਜੀ ਔਰ ਉਸ ਲੜਾਈ ਦੇ ਵਿੱਚ ਬਹੁਤ ਸਿੱਖ ਮਾਰੇ ਗਏ, ਬਹੁਤ ਥੋੜੇ ਜਿਹੇ ਰਹਿ ਗਏ ਜਿਹੜੇ ਕਿ ਉਹ ਗੜੀ ਦੇ ਵਿੱਚ ਸੀਗੇ ਜੀ। ਫੌਜਾਂ ਨੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਸੀ ਔਰ ਇਹਨਾਂ ਦਾ ਸਿੱਕਾ ਪਾਣੀ ਵੀ ਖਤਮ ਹੋ ਗਿਆ ਸੀ, ਬਾਰੂਦ ਵੀ ਖਤਮ ਹੋ ਗਿਆ। ਤੇ ਹੁਣ ਉਹਨਾਂ ਨੇ, ਸਿੱਖਾਂ ਨੇ ਫੈਸਲਾ ਕੀਤਾ ਵੀ ਹੁਣ ਕੋਈ ਚਾਰਾ ਨਹੀਂ, ਹੁਣ ਆਮਣੇ ਸਾਹਮਣੇ ਦੀ ਜਾਂ ਮਰੋ ਜਾਂ ਮਾਰੋ ਤੇ ਸ਼ਹੀਦੀਆਂ ਪ੍ਰਾਪਤ ਕਰੋ ਜੀ। ਤੇ ਹੁਣ ਖੁੱਲ ਕੇ ਲੜੋ, ਮਰਨਾ ਤੇ ਵੈਸੇ ਵੀ ਹੈ ਜੀ। ਅਗਲੇ ਦਿਨ ਉਹਨਾਂ ਨੇ ਸਵੇਰੇ ਗੇਟ ਖੋਲ੍ਹੇ ਗੜੀ ਦੇ ਔਰ ਮੈਦਾਨੇ ਜੰਗ ਦੇ ਵਿੱਚ ਆ ਕੇ ਆਮਣੀ ਸਾਹਮਣੀ ਲੜਾਈ ਸ਼ੁਰੂ ਹੋ ਗਈ ਜੀ। ਉਸ ਲੜਾਈ ਦੇ ਵਿੱਚ ਦਲੇਰ ਖਾਨ ਨੇ ਲਲਕਾਰਾ ਮਾਰਿਆ ਬਾਬਾ ਹਰਦਾਸ ਜੀ ਨੂੰ ਕਿ ਜੇ ਐਡੇ ਹੀ ਯੋਧਾ ਹੈਗੇ ਹੋ ਤੇ ਮੇਰੇ ਨਾਲ ਮੁਕਾਬਲਾ ਕਰੋ ਸਾਹਮਣੇ ਆ ਕੇ ਜੀ। ਤੇ ਸਿੱਖ ਕਿੱਥੇ ਬਰਦਾਸ਼ਤ ਕਰਦੇ ਕਿਸੇ ਦਾ ਤਾਨਾ ਮਾਰਿਆ ਹੋਇਆ ਜੀ। ਖਾਲਸਾ ਪਿੱਛੇ ਥੋੜੀ ਹਟਦਾ। ਬਾਬਾ ਹਰਦਾਸ ਜੀ ਉਹਦੇ ਆਹਮਣੇ ਇੱਕਦਮ ਜੰਪ ਮਾਰਿਆ ਘੋੜੇ ਨੇ ਤੇ ਉਹਦੇ ਸਾਹਮਣੇ ਪਹੁੰਚ ਗਏ ਜੀ। ਬੜੀ ਜ਼ਬਰਦਸਤ ਲੜਾਈ ਹੋਈ ਦੋਨਾਂ ਦੀ ਆਪਸ ਦੇ ਵਿੱਚ, ਦੋਨਾਂ ਪਾਸਿਆਂ ਤੋਂ ਵਾਰ ਚੱਲਦੇ ਰਹੇ। ਅਖੀਰ ਉਹਨੇ 2 ਵਾਰ ਐਸੇ ਕੀਤੇ ਕਿ ਇਹਨਾਂ ਦੇ ਸਰੀਰ ਦੇ ਉੱਤੇ ਬਹੁਤ ਗਹਿਰੇ ਜ਼ਖਮ ਲੱਗ ਗਏ ਜੀ। ਲੇਕਿਨ ਇਸ ਤੋਂ ਪਹਿਲਾਂ ਕਿ ਉਹ ਤੀਸਰਾ ਵਾਰ ਕਰਦਾ, ਇੱਕੋ ਹੀ ਝਟਕੇ ਦੇ ਵਿੱਚ ਵਾਰ ਕੀਤਾ, ਉਹਦਾ ਸਿਰ ਲਾ ਕੇ ਰੱਖਤਾ ਦਲੇਰ ਖਾਨ ਦਾ ਜੀ। ਜਿਸ ਵੇਲੇ ਹੁਣ ਉਹਨਾਂ ਦਾ ਜਰਨੈਲ ਧਰਤੀ ਤੇ ਡਿੱਗ ਪਿਆ ਜੀ ਤੇ ਬਾਕੀ ਦੀ ਸਾਰੀ ਫੌਜ ਦੇ ਵਿੱਚ ਅਫੜਾ ਦਫੜੀ ਮਚ ਗਈ, ਉਹ ਤੇ ਭੱਜ ਗਏ ਜੀ। ਸਿੱਖਾਂ ਨੇ ਜੰਗ ਤੇ ਜਿੱਤ ਲਈ ਜੀ, ਲੇਕਿਨ ਬਾਬਾ ਹਰਦਾਸ ਜੀ ਦੀ ਹਾਲਤ ਜਿਹੜੀ ਹੈ ਉਹ ਬਹੁਤ ਖਰਾਬ ਹੋ ਗਈ ਜੀ। ਤੇ ਕਹਿੰਦੇ ਆ ਕਿ ਇਹਨਾਂ ਨੂੰ ਮੈਦਾਨੇ ਜੰਗ ਚੋਂ ਲਿਆ ਕੇ ਅੰਦਰ
ਗੜੀ ਦੇ ਵਿੱਚ ਲਿਆਂਦਾ ਗਿਆ, ਉੱਥੇ ਇਹਨਾਂ ਦੀ ਮਲਮ ਪੱਟੀ ਕੀਤੀ। ਬੜਾ ਹੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਆਪਣਾ ਸਰੀਰ ਉੱਥੇ ਉਸ ਵਕਤ ਦਾ ਇਹ ਮਹਾਨ ਯੋਧਾ ਜੀ ਬਾਬਾ ਹਰਦਾਸ ਸਿੰਘ ਉੱਥੇ ਸ਼ਹੀਦੀ ਪਾ ਗਏ। ਔਰ ਇਹਨਾਂ ਦਾ ਨਾਂ ਅੱਜ ਤੋਂ ਮੈਂ ਤੇ ਫਖਰ ਦੇ ਨਾਲ ਲੈਣਾ ਚਾਹਾਂਗਾ ਕਿ ਇਹ ਬਾਬਾ ਹਰਦਾਸ ਜੀ ਨਹੀਂ ਕੱਲਾ ਸੀ, ਇਹਨਾਂ ਦਾ ਨਾਂ ਸ਼ਹੀਦ ਬਾਬਾ ਹਰਦਾਸ ਸਿੰਘ ਜੀ ਜੀ। ਹੋਣਾ ਚਾਹੀਦਾ ਹੈ। ਤੇ ਐਸੀ ਦਰਸ਼ਕੋ, ਸ਼ਹੀਦ ਬਾਬਾ ਹਰਦਾਸ ਸਿੰਘ ਜੀ ਦੀ ਇੱਕ ਸੰਖੇਪ ਜੀਵਨ ਇਤਿਹਾਸ। ਕਿਵੇਂ ਸ਼ਹੀਦ ਬਾਬਾ ਹਰਦਾਸ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੀਵਨ ਬਤੀਤ ਕੀਤਾ, ਸਿੱਖੀ ਸਿਦਕ ਨੂੰ, ਸਿੱਖੀ ਸਿਧਾਂਤਾਂ ਨੂੰ ਮੰਨਿਆ, ਕਿਵੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਬਾਬਾ ਹਰਦਾਸ ਜੀ ਨੇ। ਅੱਜ ਸਿਰਫ ਇੰਨਾ ਹੀ। ਅਗਲੇ ਐਪੀਸੋਡ ਵਿੱਚ ਫਿਰ ਅਸੀਂ ਲੈ ਕੇ ਆਵਾਂਗੇ ਕਿਸੇ ਹੋਰ ਸਿੱਖ ਕੌਮ ਦੇ ਹੀਰੇ ਬਾਰੇ ਇੱਕ ਸੰਖੇਪ ਇਤਿਹਾਸ। ਉੱਥੋਂ ਤੱਕ ਮਨੂੰ ਯਾਨੀ ਮੰਕਨਦੀਪ ਸਿੰਘ ਬੰਮੀ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਨਾਲ ਜੁੜੇ ਹਰ ਪੰਥਕ ਮਸਲੇ ਨਾਲ ਅਪਡੇਟ ਰਹਿਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਸਿੱਖ ਮਸਲੇ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ।